ਖੇਤੀਬਾੜੀ ਟੀਵੀ ਵੱਲੋਂ ਆਪ ਜੀ ਦਾ ਸਵਾਗਤ ਹੈ। ਮੈਂ ਡਾਕਟਰ ਭਜਨ ਸਿੰਘ, ਖੇਤੀਬਾੜੀ ਅਫਸਰ ਰਿਟਾਇਰ। ਆਓ ਅੱਜ ਤੁਹਾਨੂੰ ਅਸੀਂ ਡਾਕਟਰ ਸਵਰਨ ਸਿੰਘ ਮਾਨ, ਡਿਪਟੀ ਡਾਇਰੈਕਟਰ ਹਾਰਟੀਕਲਚਰ ਦੇ ਦਫ਼ਤਰ ਲੈ ਚੱਲੀਏ। ਉੱਥੇ ਉਹਨਾਂ ਨਾਲ ਅਸੀਂ ਪੰਜਾਬ ਦੇ ਵਿੱਚ ਜਿਹੜੀਆਂ ਵੱਖ-ਵੱਖ ਸਕੀਮਾਂ ਚੱਲਦੀਆਂ ਉਹਨਾਂ 'ਚ ਸਬਸਿਡੀਆਂ ਬਾਰੇ ਜਾਂ ਹੋਰ ਕੋਈ ਹੈ ਭਰਪੂਰ ਜਾਣਕਾਰੀ ਕਿਹੜੀਆਂ ਗਤੀਵਿਧੀਆਂ ਚੱਲਦੀਆਂ ਉਹਨਾਂ ਨਾਲ ਅਸੀਂ ਸੰਖੇਪ ਵਿੱਚ ਗੱਲਬਾਤ ਕਰਾਂਗੇ। ਆਓ ਜੀ ਡਾਕਟਰ ਸਵਰਨ ਸਿੰਘ ਮਾਨ ਦੇ ਨਾਲ ਤੁਹਾਨੂੰ ਮਿਲਾਈਏ। ਡਾਕਟਰ ਸਵਰਨ ਸਿੰਘ ਮਾਨ ਜੀ, ਆਓ ਜੀ, ਤੁਹਾਡਾ ਸਵਾਗਤ ਹੈ। ਵੈਲਕਮ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਜੀ ਤੁਹਾਡਾ ਬਹੁਤ ਤੁਹਾਡਾ ਵੀ ਤੇ ਤੁਹਾਡੀ ਹਾਈ ਟੀਮ ਦਾ ਵੀ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ ਜੀ, ਮਿਹਰਬਾਨੀ। ਡਾਕਟਰ ਸਾਹਿਬ, ਮੈਂ ਪਹਿਲਾਂ ਜਾਣਨਾ ਚਾਹੂੰਗਾ ਕਿ ਸਾਡੇ ਪੰਜਾਬ ਦੇ ਜਿਹੜੇ ਕਿਸਾਨ ਆ ਉਹ ਜਾਣਨਾ ਚਾਹਣਗੇ ਵੀ ਤੁਹਾਡੀਆਂ ਸੇਵਾਵਾਂ ਕਿੱਥੇ ਹੋਈਆਂ ਤੇ ਕਿੱਥੇ ਤੁਸੀਂ ਸਰਵਿਸ ਕੀਤੀ ਹੈ, ਕਿਹੜੀ ਥਾਂ 'ਤੇ ਰਹੇ ਆ, ਕਿਹੜਾ ਅਹੁਦਾ ਤੁਹਾਡਾ ਰਿਹਾ ਅਤੇ ਹੁਣ ਤੁਸੀਂ ਕਿੱਥੇ ਸੇਵਾਵਾਂ ਨਿਭਾ ਰਹੇ ਹੋ, ਇਹਦੇ ਬਾਰੇ ਸੰਖੇਪ ਜੀ ਥੋੜ੍ਹੀ ਜਿਹੀ ਆਪਣੀ ਜਾਣਕਾਰੀ ਦਿਓ ਡਾਕਟਰ ਸਵਰਨ ਸਿੰਘ ਮਾਨ ਜੀ। ਡਾਕਟਰ ਸਾਹਿਬ, ਮੈਂ ਇੱਥੇ ਪਟਿਆਲੇ ਜ਼ਿਲ੍ਹੇ ਦੇ ਵਿੱਚ 1992 ਦੇ ਵਿੱਚ ਬਤੌਰ ਬਾਗਬਾਨੀ ਵਿਕਾਸ ਅਫਸਰ ਸਰਕਾਰੀ ਬਾਗ ਅਤੇ ਫਰੂਟ ਨਰਸਰੀ ਪਟਿਆਲਾ ਵਿਖੇ ਨਿਯੁਕਤ ਹੋਇਆ ਸੀ ਅਤੇ ਉੱਥੇ 16 ਸਾਲ ਫਰੂਟ ਨਰਸਰੀ ਦੇ ਵਿੱਚ ਬੂਟੇ ਤਿਆਰ ਕਰਨ ਦਾ ਕੰਮ ਅਤੇ ਬਾਗਾਂ ਦੀ ਮੇਨਟੇਨੈਂਸ ਦਾ ਕੰਮ ਉੱਥੇ ਕੀਤਾ ਗਿਆ ਅਤੇ ਹਰ ਤਰ੍ਹਾਂ ਦੀ ਤਕਨੀਕੀ ਪ੍ਰੈਕਟੀਕਲੀ ਜਾਣਕਾਰੀ ਪ੍ਰਾਪਤ ਕੀਤੀ ਗਈ ਅਤੇ ਇਸ ਸੰਬੰਧੀ ਜ਼ਿਮੀਂਦਾਰਾਂ ਨੂੰ ਵੀ ਸਮੇਂ-ਸਮੇਂ 'ਤੇ ਇਸ ਸੰਬੰਧੀ ਪੂਰੀ ਜਾਣਕਾਰੀ ਦਿੰਦੇ ਰਹੇ ਅਤੇ ਵਧੀਆ ਕੁਆਲਿਟੀ ਦੇ ਬੂਟੇ ਤਿਆਰ ਕਰਕੇ ਉਹ ਸਾਰੇ ਪੰਜਾਬ ਦੇ ਵਿੱਚ ਮੁਹੱਈਆ ਕੀਤੇ ਗਏ। ਉਸ ਤੋਂ ਬਾਅਦ 7 ਸਾਲ ਫਿਰ ਮੈਂ ਸਰਕਾਰੀ ਫਲਾਵਰ ਨਰਸਰੀ ਬਾਰਾਂਦਰੀ ਬਾਗ ਪਟਿਆਲਾ ਦੇ ਵਿੱਚ ਹੀ ਰਿਹਾ, ਜਿੱਥੇ ਹਰ ਤਰ੍ਹਾਂ ਦੇ ਫੁੱਲਦਾਰ ਬੂਟੇ ਅਸੀਂ ਇੱਥੇ ਤਿਆਰ ਕੀਤੇ, ਜਿਵੇਂ ਗੁਲਾਬ ਅਤੇ ਕਰੋਟਨ ਨੇ, ਹਰ ਤਰ੍ਹਾਂ ਦੀਆਂ ਫੁੱਲਾਂ ਦੀਆਂ ਗਰਮੀ ਸਰਦੀ ਦੀਆਂ ਪਨੀਰੀਆਂ, ਗੁਲਦੌਦੀ ਦੇ ਬੂਟੇ, ਇਸੇ ਤਰ੍ਹਾਂ ਹੋਰ ਹਰ ਤਰ੍ਹਾਂ ਦੀ ਕਟਿੰਗ ਤੋਂ ਤਿਆਰ ਹੋਣ ਵਾਲੇ ਬੂਟੇ, ਬੀਜ ਤੋਂ ਤਿਆਰ ਹੋਣ ਵਾਲੇ ਬੂਟੇ, ਉਹ ਵੀ ਜਿੰਨੀਆਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਈਵਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਇੱਥੋਂ ਬੂਟੇ ਅਸੀਂ ਤਿਆਰ ਕਰਕੇ ਸਪਲਾਈ ਕੀਤੇ ਗਏ, ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਹੁੰਗਾਰਾ ਦਿੱਤਾ। ਇਸ ਤੋਂ ਉਪਰੰਤ 23 ਸਾਲ ਤੋਂ ਬਾਅਦ ਮੇਰੀ ਪ੍ਰਮੋਸ਼ਨ ਬਤੌਰ ਸਹਾਇਕ ਡਾਇਰੈਕਟਰ ਬਾਗਬਾਨੀ ਫਤਿਹਗੜ੍ਹ ਸਾਹਿਬ ਵਿਖੇ ਹੋ ਗਈ ਅਤੇ ਉੱਥੇ 2 ਸਾਲ ਮੈਂ ਫਤਿਹਗੜ੍ਹ ਸਾਹਿਬ ਬਤੌਰ ਅਸਿਸਟੈਂਟ ਡਾਇਰੈਕਟਰ ਹਾਰਟੀਕਲਚਰ ਕੰਮ ਕੀਤਾ। ਉਸ ਤੋਂ ਬਾਅਦ ਮੇਰੀ ਬਦਲੀ ਦੁਬਾਰਾ ਪਟਿਆਲਾ ਵਿਖੇ ਬਤੌਰ ਡਿਪਟੀ ਡਾਇਰੈਕਟਰ ਹਾਰਟੀਕਲਚਰ ਇੱਥੇ ਹੋ ਗਈ ਅਤੇ ਮੈਂ ਹੁਣ ਇੱਥੇ ਲਗਾਤਾਰ ਕੰਮ ਕਰ ਰਿਹਾ ਵਾਂ। ਅਤੇ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜਿਹੜੀਆਂ ਸਾਡੀਆਂ ਬਾਗਬਾਨੀ ਵਿਭਾਗ ਦੀਆਂ ਇੱਥੇ ਗਤੀਵਿਧੀਆਂ ਚੱਲਦੀਆਂ ਨੇ, ਉਹਦੇ ਵਿੱਚ ਬੇਸਿਕ ਜਾਣਕਾਰੀ ਇਸ ਤਰ੍ਹਾਂ ਹੈ ਕਿ ਸਾਡੇ ਬਾਗਬਾਨੀ ਵਿਭਾਗ ਦਾ ਮੁੱਖ ਤੌਰ 'ਤੇ ਇੱਥੇ ਇੱਕ ਹਾਈਟੈਕ ਨਰਸਰੀ ਵੀ ਤਿਆਰ ਫਲਾਂ ਦੀ ਕੀਤੀ ਗਈ ਹੈ, ਜਿੱਥੋਂ ਵਧੀਆ ਕੁਆਲਿਟੀ ਦੇ ਬੂਟੇ ਥੈਲੀਆਂ ਦੇ ਵਿੱਚ ਤਿਆਰ ਕਰਕੇ ਜ਼ਿਮੀਂਦਾਰਾਂ ਨੂੰ ਮੁਹੱਈਆ ਕੀਤੇ ਜਾਂਦੇ ਹਨ। ਇੱਥੇ ਮੁੱਖ ਤੌਰ 'ਤੇ ਹੁਣ ਅੰਬ ਅਤੇ ਅਮਰੂਦਾਂ ਦੀ ਜਿਹੜੀ ਪਨੀਰੀ ਇੱਥੇ ਤਿਆਰ ਕਰਕੇ ਜ਼ਿਮੀਂਦਾਰਾਂ ਨੂੰ ਮੁਹੱਈਆ ਕੀਤੀ ਜਾਂਦੀ ਹੈ। ਇਸ ਤੋਂ ਬਿਨਾਂ ਹੋਰ ਸਾਰੇ ਹਰ ਤਰ੍ਹਾਂ ਦੇ ਫੁੱਟਕਲ ਬੂਟੇ, ਕਾਗਜੀ ਨਿੰਬੂ, ਜਾਮਣ, ਬਿੱਲ, ਫਾਲਸਾ, ਪਪੀਤਾ, ਔਲਾ, ਇਹ ਬੂਟੇ ਇੱਥੇ ਤਿਆਰ ਕਰਕੇ ਜ਼ਿਮੀਂਦਾਰਾਂ ਨੂੰ ਮੁਹੱਈਆ ਕੀਤੇ ਜਾਂਦੇ ਹਨ। ਇਸ ਤੋਂ ਬਿਨਾਂ ਸਾਡੀ ਇੱਥੇ ਬਾਰਾਂਦਰੀ ਬਾਗ ਦੇ ਵਿੱਚ ਹੀ ਇੱਕ ਫੁੱਲਾਂ ਦੀ ਨਰਸਰੀ ਹੈ, ਜਿੱਥੇ ਉਹ ਵਧੀਆ ਕੁਆਲਿਟੀ ਦੇ ਜਿਹੜੇ ਫੁੱਲਦਾਰ, ਛਾਂਦਾਰ ਅਤੇ ਡੈਕੋਰੇਸ਼ਨ ਵਾਲੇ ਬੂਟੇ ਉਹ ਤਿਆਰ ਕਰਕੇ ਜ਼ਿਮੀਂਦਾਰਾਂ ਨੂੰ ਮੁਹੱਈਆ ਕੀਤੇ ਜਾਂਦੇ ਹਨ। ਕੋਈ ਵੀ ਜ਼ਿਮੀਂਦਾਰ ਪੰਜਾਬ ਭਰ ਤੋਂ ਇੱਥੇ ਆ ਕੇ ਉਹ ਬੂਟੇ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਬਿਨਾਂ ਸਾਡੀ ਇੱਥੇ ਇੱਕ ਫਲ ਸੁਰੱਖਿਆ ਲੈਬੋਰਟਰੀ ਹੈ, ਜਿੱਥੇ ਨੋ ਪ੍ਰੋਫਿਟ ਨੋ ਲਾਸ ਬੇਸਿਸ ਦੇ ਉੱਤੇ ਅਸੀਂ ਫਲ ਪਦਾਰਥ ਤਿਆਰ ਕਰਕੇ ਆਮ ਪਬਲਿਕ ਨੂੰ ਮੁਹੱਈਆ ਕੀਤੇ ਜਾਂਦੇ ਹਨ, ਜਿਨ੍ਹਾਂ ਦੇ ਰੇਟ ਸਾਡੇ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਜਾਂਦੇ ਹਨ। ਕੋਈ ਜ਼ਿਆਦਾ ਰੇਟ ਨਹੀਂ ਹੁੰਦਾ। ਓਰੀਜਨਲ ਤੌਰ 'ਤੇ ਅਸੀਂ ਜਿਹੜਾ ਫਲ ਉਹ ਪ੍ਰਾਪਤ ਕਰਕੇ ਮੰਡੀ ਦੇ ਵਿੱਚੋਂ, ਜਿੱਥੋਂ ਘੱਟ ਰੇਟ ਦੇ ਉੱਤੇ ਵਧੀਆ ਕੁਆਲਿਟੀ ਦਾ ਫਲ ਪ੍ਰਾਪਤ ਕਰਕੇ ਉਹ ਸਕੈਸ਼ ਵਗੈਰਾ ਤਿਆਰ ਕੀਤੇ ਜਾਂਦੇ ਹਨ। ਇਸ ਤੋਂ ਬਿਨਾਂ ਜਿਹੜੇ ਇਲਾਕੇ ਦੇ ਸਾਡੇ ਪਟਿਆਲੇ ਜ਼ਿਲ੍ਹੇ ਦੇ ਈਵਨ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚੋਂ ਵੀ ਬੀਬੀਆਂ, ਬੱਚੇ ਇੱਥੇ ਆ ਕੇ ਉਹਦੀ ਤਕਨੀਕੀ ਜਾਣਕਾਰੀ ਫਲ ਪਦਾਰਥ ਤਿਆਰ ਕਰਨ ਦੀ ਇੱਥੇ ਪ੍ਰਾਪਤ ਕਰਦੇ ਆ, ਜਿਹਦੇ ਵਿੱਚ ਅਚਾਰ, ਚਟਣੀ, ਮੁਰੱਬੇ, ਸਕੈਸ਼, ਜੈਮ ਆਦਿ ਬਣਾਉਣ ਦੀ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਤੋਂ ਬਿਨਾਂ ਸਾਡਾ ਇੱਥੇ ਇੱਕ ਬਾਰਾਂਦਰੀ ਬਾਗ ਦੇ ਵਿੱਚ ਹੀ ਖੁੰਭਾਂ ਦੀ ਲੈਬੋਰਟਰੀ ਹੈ, ਜਿੱਥੇ ਖੁੰਭਾਂ ਦਾ ਬੀਜ ਤਿਆਰ ਕੀਤਾ ਜਾਂਦਾ, ਜਿਹਨੂੰ ਸਪਾਨ ਕਹਿੰਦੇ ਆ। ਮੁੱਖ ਤੌਰ ਦੇ ਉੱਤੇ ਇੱਥੇ ਸਪਾਨ ਜਿਹੜਾ ਇਹ ਤਿਆਰ ਕੀਤਾ ਜਾਂਦਾ ਹੈ, ਇਹ ਢੀਂਗਰੀ ਖੁੰਭ ਦਾ ਹੁੰਦਾ ਹੈ। ਇਹ ਜਿਹੜਾ ਢੀਂਗਰੀ ਖੁੰਭ ਦਾ ਸਪਾਨ ਹੈ, ਸਾਰੇ ਪੰਜਾਬ ਦੇ ਵਿੱਚ ਹੀ ਕਾਫੀ ਇਲਾਕੇ ਦੇ ਵਿੱਚ ਪੰਜਾਬ ਦੇ ਸਾਡੇ ਇੱਥੋਂ ਸਪਲਾਈ ਕੀਤਾ ਜਾਂਦਾ ਹੈ, ਜਿਹਦੀ ਬਹੁਤ ਜ਼ਿਆਦਾ ਮੰਗ ਆ ਰਹੀ ਹੈ। ਪੰਜਾਬ ਸਰਕਾਰ ਵੱਲੋਂ, ਸਾਡੇ ਡਾਇਰੈਕਟਰ ਬਾਗਬਾਨੀ ਪੰਜਾਬ ਜੀ ਵੱਲੋਂ ਇਹਦੇ 'ਤੇ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਕਿ ਸਕੂਲਾਂ ਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਇਹਨੂੰ ਪ੍ਰਚਲਿਤ ਕੀਤਾ ਜਾਵੇ, ਤਾਂ ਕਿ ਉਹ ਇੱਕ ਜਿਹੜੀ ਇਹ ਫਸਲ ਆ ਖੁੰਭਾਂ ਦਾ, ਢਿੰਗਰੀ ਖੁੰਭਾਂ ਦੀ, ਇਹ 1 ਮਹੀਨੇ ਦੇ ਵਿੱਚ ਹੀ ਤਿਆਰ ਹੋ ਜਾਂਦੀ ਆ। ਇਹਦੇ ਵਿੱਚ ਇਹੋ ਜਿਹੀ ਕੋਈ ਸਬਜ਼ੀ ਨਹੀਂ ਕਿ ਜਿਹੜੀ 1 ਮਹੀਨੇ ਦੇ ਵਿੱਚ ਹੀ ਤਿਆਰ ਹੋ ਜਾਵੇ।
ਇਹਦੇ ਵਿੱਚੋਂ ਮੈਂ ਇੱਕ ਸਪੈਸ਼ਲ ਤੌਰ ਤੇ ਦੱਸਣਾ ਚਾਹੂੰਗਾ, ਇਹਦੇ ਵਿੱਚ ਵਿਟਾਮਿਨ ਡੀ ਵੀ ਆਪਾਂ ਨੂੰ ਪ੍ਰਾਪਤ ਖੁੰਭਾਂ ਦੀ ਖੇਤੀ ਤੋਂ ਤਿਆਰ ਹੋ ਜਾਂਦਾ, ਤੇ ਉਹ ਖਾ ਕੇ ਆਪਾਂ ਨੇ ਆਪਣੀ ਜਿਹੜੀ ਘਾਟ ਹੈ ਕਿਸੇ ਕਿਸਮ ਦੀ ਉਹਨੂੰ ਆਪਾਂ ਉਹ ਪੂਰੀ ਕਰ ਸਕਦੇ ਹਾਂ। ਇਸ ਤੋਂ ਬਿਨਾਂ ਸਾਡੇ ਬਾਰਾਂਦਰੀ ਬਾਗ ਤੋਂ ਬਿਨਾਂ ਜਿਹੜੇ ਹੋਰ ਐਕਟੀਵਿਟੀ ਸਾਡੀਆਂ ਹੈਗੀਆਂ, ਪਿੰਡ ਵਜੀਦਪੁਰ ਵਿਖੇ ਇੱਕ ਗਵਾਵਾ ਸਟੇਟ ਬਣਨ ਜਾ ਰਹੀ ਆ, ਉਹ ਬਿਲਡਿੰਗ ਬਣ ਕੇ ਤਿਆਰ ਹੋ ਗਈ ਆ, ਤੇ ਉੱਥੇ ਜਿਹੜਾ ਉਹ ਫਾਇਦਾ ਹੋਵੇਗਾ ਉਹ ਇਲਾਕੇ ਦੇ ਲੋਕਾਂ ਨੂੰ ਇਸ ਦਾ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਅਸੀਂ ਉੱਥੇ ਵੱਖ-ਵੱਖ ਤਰ੍ਹਾਂ ਦੇ ਇੰਪਲੀਮੈਂਟਸ ਇਕਵਿਪਮੈਂਟ ਜਿਹੜੇ ਉਹ ਖਰੀਦ ਰਹੇ ਹਾਂ, ਜਿਵੇਂ ਜਿਹਦੇ ਵਿੱਚ ਵੱਡਾ ਟਰੈਕਟਰ ਆ, ਛੋਟਾ ਟਰੈਕਟਰ ਆ, ਪਾਵਰ ਵੀਡਰ ਆ, ਬਰਸ਼ ਕਟਰ ਆ, ਸਪਰੇ ਪੰਪ ਆ, ਇਸ ਤਰ੍ਹਾਂ ਤੇ ਡਿੱਗਰ ਵਾ, ਜਿਵੇਂ ਉਹ ਅਸੀਂ ਜ਼ਿਮੀਂਦਾਰ ਭਰਾਵਾਂ ਨੂੰ ਉਹ ਕਿਰਾਏ ਦੇ ਉੱਤੇ ਬਹੁਤ ਹੀ ਵਾਜਬ ਰੇਟ ਦੇ ਉੱਤੇ ਦੇਵਾਂਗੇ। ਇਹ ਜਿਹੜਾ ਕੰਮ ਗਵਾਵਾ ਸਟੇਟ ਦਾ ਕੰਮ ਚਲਾਇਆ ਜਾ ਰਿਹਾ ਹੈ, ਇਹ ਇੱਕ ਸੁਸਾਇਟੀ ਬਣਾਈ ਹੋਈ ਹੈ ਗਵਾਵਾ ਅਮਰੂਦਾਂ ਦੇ ਕਾਸ਼ਤਕਾਰਾਂ ਦੀ, ਉਹੀ ਉਹਦੇ ਰੇਟ ਨਿਰਧਾਰਿਤ ਕਰਨੇ ਆ ਜਾਂ ਜਿਹੜੀ ਵੀ ਐਕਟੀਵਿਟੀ ਕਰਨੀ ਆ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਉਹ ਕੀਤੀ ਜਾਂਦੀ ਹੈ। ਇਸ ਤੋਂ ਬਿਨਾਂ ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ ਦਵਾਈਆਂ ਸਿੱਧੀਆਂ ਕੰਪਨੀ ਤੋਂ ਪ੍ਰਾਪਤ ਕਰ ਲਈਆਂ ਜਾਣ, ਉਹ ਜ਼ਿਮੀਂਦਾਰਾਂ ਨੂੰ ਦਿੱਤੀਆਂ ਜਾਣ, ਤਾਂ ਕਿ ਜਿਹੜਾ ਉਹਨਾਂ ਦਾ ਮਾਰਜਨ ਆ ਉਹ ਘੱਟ, ਬਾਜ਼ਾਰ ਨਾਲੋਂ ਬਹੁਤ ਘੱਟ ਰੇਟ ਦੇ ਉੱਤੇ ਉਹ ਦਿੱਤੀਆਂ ਜਾਣ। ਇਸ ਤਰ੍ਹਾਂ ਉਹਨਾਂ ਦੀ ਕੋਸਟ ਆਫ ਕਲਟੀਵੇਸ਼ਨ ਜ਼ਿਮੀਂਦਾਰਾਂ ਦੀ ਘਟੂਗੀ ਅਤੇ ਉਹਨਾਂ ਦੀ ਆਰਥਿਕਤਾ ਦੇ ਵਿੱਚ ਵੀ ਵਾਧਾ ਹੋਵੇਗਾ। ਇਸ ਤੋਂ ਬਿਨਾਂ ਅਸੀਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਜ਼ਿਮੀਂਦਾਰਾਂ ਨੂੰ ਪ੍ਰੇਰਿਤ ਕਰ ਰਹੇ ਹਾਂ ਵੱਖ-ਵੱਖ ਤਰ੍ਹਾਂ ਦੇ ਬਾਗ ਲਗਾਉਣ ਵਾਸਤੇ, ਫੁੱਲਾਂ ਦੀ ਖੇਤੀ ਕਰਨ ਵਾਸਤੇ, ਅਤੇ ਸਬਜ਼ੀਆਂ ਦੀ ਖੇਤੀ, ਖੁੰਭਾਂ ਦੀ ਖੇਤੀ ਅਤੇ ਪ੍ਰੋਸੈਸਿੰਗ ਦੇ ਕੰਮ ਕਰਨ ਵਾਸਤੇ। ਉਹ ਹਰ ਤਰ੍ਹਾਂ ਦੇ ਜ਼ਿਮੀਂਦਾਰ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ, ਸਾਡਾ ਇੱਥੇ ਅਸਿਸਟੈਂਟ ਡਾਇਰੈਕਟਰ ਹਾਰਟੀਕਲਚਰ ਦਾ ਦਫ਼ਤਰ ਅਤੇ ਡਿਪਟੀ ਡਾਇਰੈਕਟਰ ਬਾਗਬਾਨੀ ਪਟਿਆਲੇ ਦਾ ਦਫ਼ਤਰ ਹੈ। ਇਸ ਤੋਂ ਬਿਨਾਂ ਸਾਡੇ ਜਿਹੜੇ ਬਲਾਕ ਪੱਧਰ ਦੇ ਦਫ਼ਤਰ ਹਨ ਉਹ ਨਾਭਾ ਵਿਖੇ, ਸਮਾਣਾ, ਰਾਜਪੁਰਾ ਅਤੇ ਭੁਨੇੜੀ ਬਲਾਕ ਦੇ ਵਿੱਚ ਹਨ, ਜਿੱਥੇ ਸਾਡੇ ਬਾਗਬਾਨੀ ਵਿਕਾਸ ਅਫਸਰ ਮੌਕੇ 'ਤੇ ਫੀਲਡ ਦੇ ਉੱਤੇ ਜਾ ਕੇ ਹਰ ਤਰ੍ਹਾਂ ਦੀ ਤਕਨੀਕੀ ਜਾਣਕਾਰੀ ਉੱਥੇ ਮੁਹੱਈਆ ਕਰਦੇ ਹਨ। ਡਾਕਟਰ ਸਾਹਿਬ, ਮੇਰੇ ਮਨ ਦੇ ਵਿੱਚ ਇੱਕ ਦੋ ਸਵਾਲ ਉੱਠੇ ਨੇ ਵੀ ਇੱਕ ਜਿਹੜੀ ਤੁਹਾਡੀ ਇਹਦੇ ਫਰੂਟ ਪ੍ਰੋਸੈਸਿੰਗ ਲੈਬਾਰਟਰੀ ਹੈਗੀ, ਉਹਦੇ ਵਿੱਚ ਜੇ ਕੋਈ ਜ਼ਿਮੀਂਦਾਰ ਆਪਣਾ ਜਿਹੜਾ ਸਮਾਨ ਲਿਆ ਕੇ ਬਣਾਉਣਾ ਚਾਹਵੇ, ਕੀ ਉਹਦਾ ਤੁਸੀਂ ਸਮਾਨ ਬਣਾ ਕੇ ਦਿੰਦੇ ਹੋ ਅਤੇ ਉਹਦੇ ਚਾਰਜਸ ਕੀ ਲੈਂਦੇ ਹੋ? ਇਸੇ ਤਰ੍ਹਾਂ ਹੀ ਜਿਹੜੀਆਂ ਸਬਸਿਡੀਆਂ ਬਾਰੇ ਤੁਸੀਂ ਗੱਲ ਕਰ ਰਹੇ ਸੀਗੇ, ਦੂਜਾ ਸਵਾਲ ਮੇਰਾ ਇਹ ਵੀ ਹੋਊਗਾ ਕਿ ਕਿਹੜੇ ਜਿਹੜੇ ਸੰਦ ਹੈ ਜਾਂ ਬੂਟੇ ਹੈ ਉਹਦੀ ਕਿਹੜੀ ਕਿੰਨੀ ਸਬਸਿਡੀ ਹੈ? ਸਭ ਤੋਂ ਪਹਿਲਾਂ ਤੁਸੀਂ ਆਹ ਫਰੂਟ ਪ੍ਰੋਸੈਸਿੰਗ ਲੈਬਾਰਟਰੀ ਬਾਰੇ ਦੱਸੋ, ਇਹਦੇ 'ਚ ਕੀ ਆਪਣਾ ਕੋਈ ਜ਼ਿਮੀਂਦਾਰ ਆਪਣੇ ਵੱਲੋਂ ਅਚਾਰ ਮੁਰੱਬੇ ਪਾਉਣੇ ਨੇ ਜਾਂ ਉਹ ਕੀ ਲਿਆ ਹੋਵੇ, ਉਹਦੇ ਫਿਰ ਚਾਰਜਸ ਤੁਸੀਂ ਕੀ ਲੈਂਦੇ? ਹਾਂਜੀ ਡਾਕਟਰ ਸਾਹਿਬ, ਇਹ ਬਹੁਤ ਮਹੱਤਵਪੂਰਨ ਸਵਾਲ ਆ ਤੁਹਾਡਾ। ਕਿਸੇ ਦੇ ਘਰ ਦੇ ਵਿੱਚ ਵੀ ਘਰੇਲੂ ਪੱਧਰ ਦੇ ਉੱਤੇ ਜੇ ਕੋਈ ਵੱਧ ਫਰੂਟ ਜਾਂ ਸਬਜ਼ੀ ਪ੍ਰਾਪਤ ਹੋ ਜਾਂਦੀ ਆ, ਵੀ ਉਹ ਵਰਤਣ ਤੋਂ ਇਲਾਵਾ ਉਹਨਾਂ ਕੋਲ ਬਚ ਜਾਂਦੀ ਆ, ਤਾਂ ਉਹਨਾਂ ਨੂੰ ਆਪਾਂ ਪ੍ਰੋਸੈਸਿੰਗ ਕਰਕੇ ਉਹਨੂੰ ਕਿਸੇ ਕੰਮ ਅੱਗੇ ਫਰਦਰ ਫਿਊਚਰ ਦੇ ਵਿੱਚ ਲਿਆ ਸਕਦੇ ਹਾਂ। ਜਿਵੇਂ ਕਿ ਕਿਸੇ ਦੇ ਘਰ ਦੇ ਵਿੱਚ ਨਿੰਬੂ ਦਾ ਬੂਟਾ ਲੱਗਿਆ ਹੋਇਆ ਵਾ, ਉਦੋਂ ਆਪਾਂ ਜਿਵੇਂ ਸਰਦੀਆਂ ਦੇ ਵਿੱਚ ਆਪਾਂ ਨੂੰ ਉਹਦੇ ਜੂਸ ਦੀ ਲੋੜ ਨਹੀਂ ਹੁੰਦੀ, ਸਕੈਸ ਦੀ ਲੋੜ ਨਹੀਂ ਹੁੰਦੀ, ਤਾਂ ਉਹਦਾ ਜੂਸ ਕੱਢ ਕੇ ਆਪਾਂ ਉਹਦੀ ਵਰਤੋਂ 'ਚ ਲਿਆ ਸਕਦੇ ਹਾਂ ਜਾਂ ਉਹਦਾ ਅਚਾਰ ਬਣਾ ਸਕਦੇ ਹਾਂ। ਇਸੇ ਤਰ੍ਹਾਂ ਜੇ ਕਿਸੇ ਕੋਲ ਅੰਬ ਲੱਗੇ ਹੋਏ ਹਨ, ਅੰਬਾਂ ਦਾ ਅਚਾਰ ਬਣਾ ਸਕਦੇ ਹਾਂ, ਉਹਦਾ ਜੂਸ ਕੱਢ ਸਕਦੇ ਹਾਂ। ਜਿਹੜੇ ਇਹਦੇ ਚਾਰਜਸ ਬਾਰੇ ਜਿਹੜੀ ਤੁਸੀਂ ਗੱਲ ਕੀਤੀ ਆ, ਉਹ 5 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਇਹਦੇ ਚਾਰਜਸ ਹੈਗੇ ਇੱਥੇ ਜਿਹੜੇ ਅਸੀਂ ਪ੍ਰਾਪਤ ਕਰਦੇ ਹਾਂ। ਉਹ ਕੋਈ ਵੀ ਵਿਅਕਤੀ ਆ ਕੇ ਇੱਥੇ ਨਾਲੇ ਤਾਂ ਇੱਕ ਤਾਂ ਉਹ ਪ੍ਰੈਕਟੀਕਲੀ ਟ੍ਰੇਨਿੰਗ ਲੈ ਸਕਦਾ, ਅਤੇ ਆਪਣਾ ਉਹ ਨਿੱਜੀ ਪੱਧਰ 'ਤੇ ਜੇ ਕਿਸੇ ਨੇ ਕੋਈ ਆਪਣਾ ਫਲ ਪਦਾਰਥ ਤਿਆਰ ਕਰਾਉਣਾ ਤਾਂ ਉਹ ਵੀ ਤਿਆਰ ਕਰਵਾ ਸਕਦੇ ਆ। ਇਹ ਡਾਕਟਰ ਸਾਹਿਬ, ਇਹ ਕਿੰਨਾ ਚਿਰ ਪਹਿਲਾਂ ਤੁਹਾਡੇ ਕੋਲ ਬੁਕਿੰਗ ਕਰਾਉਣੀ ਪੈਂਦੀ ਹੈ ਜਾਂ ਕਦੋਂ ਇਹਦਾ ਸੀਜ਼ਨ ਦੇ ਮੁਤਾਬਕ ਹੈ, ਜਾਂ ਕਿ ਬੁੱਕ ਕਿੰਨਾ ਚਿਰ ਪਹਿਲਾਂ ਅਸੀਂ ਕਰਾਵੇ ਕਿਸਾਨ? ਹਾਂਜੀ ਡਾਕਟਰ ਸਾਹਿਬ, ਇਹ ਫਰੂਟ ਵਾਈਜ਼ ਹੀ ਹੁੰਦਾ। ਜਿਵੇਂ ਅੱਜ ਕੱਲ੍ਹ ਹੁਣ ਬਿੱਲ ਦਾ ਫਰੂਟ ਪਟਿਆਲੇ ਜ਼ਿਲ੍ਹੇ ਦੇ ਵਿੱਚ ਖਾਸ ਕਰਕੇ ਜਿਵੇਂ ਗੱਲ ਕਰਾਂ, ਇੱਥੇ ਪਟਿਆਲੇ ਜ਼ਿਲ੍ਹੇ 'ਚ ਬਿੱਲ ਲੋਕਾਂ ਦੇ ਕੋਲੇ ਬਹੁਤ ਜ਼ਿਆਦਾ ਹੈ। ਉਹ ਬਿੱਲ ਇੱਕ ਹਫ਼ਤਾ ਪਹਿਲਾਂ ਸਾਨੂੰ ਦੱਸ ਦੇਣਾ ਚਾਹੀਦਾ, ਕਿਉਂਕਿ ਹੋਰ ਵੀ ਕਾਫੀ ਲੋਕ ਇੱਥੇ ਆਉਂਦੇ ਰਹਿੰਦੇ ਹਨ ਅਤੇ ਉਹ ਆਪਣਾ ਪਦਾਰਥ ਇੱਥੇ ਦੇ ਜਾਂਦੇ ਆ ਤਿਆਰ ਕਰਨ ਵਾਸਤੇ। ਇਸ ਤੋਂ ਬਾਅਦ ਜਿਵੇਂ ਹੁਣ ਸੀਜ਼ਨ ਸਾਡਾ ਪਹਿਲਾਂ ਲੰਘ ਕੇ ਗਿਆ, ਲੋਕਾਂ ਦੇ ਕੋਲੇ ਗਾਜਰ, ਸ਼ਲਗਮ, ਮੂਲੀ ਕਾਫੀ ਮਾਤਰਾ ਦੇ ਵਿੱਚ ਤਿਆਰ ਸੀਗੀ, ਉਹਦੇ ਤੋਂ ਉਹਨਾਂ ਨੇ ਲੋਕਾਂ ਨੇ ਅਚਾਰ ਉਹਦਾ ਬਹੁਤ ਬਣਵਾਇਆ। ਇਸੇ ਤਰ੍ਹਾਂ ਔਲਾ ਕਈਆਂ ਦੇ ਲੋਕਾਂ ਦੇ ਵਿੱਚ ਬਹੁਤ, ਉੱਦਾਂ ਤਾਂ ਵਰਤ ਨਹੀਂ ਸਕਦੇ ਆਪਾਂ, ਜੇ ਔਲੇ ਦਾ ਮੁਰੱਬਾ ਬਣਾ ਲਈਏ ਜਾਂ ਉਹਦਾ ਜੂਸ ਕੱਢ ਲਈਏ ਉਹਦੇ ਵਾਸਤੇ ਵੀ ਉਹ ਵਰਤ ਸਕਦੇ ਹਾਂ, ਜਾਂ ਗਾਜਰਾਂ ਹੋ ਗਈਆਂ, ਕਿਸੇ ਦੇ ਗਾਜਰ ਦਾ ਜੂਸ ਇਹਦਾ ਕੱਢ ਸਕਦੇ ਹਾਂ। ਇੱਦਾਂ ਵੀ ਇੱਕ ਹਫ਼ਤਾ ਪਹਿਲਾਂ ਸਾਨੂੰ ਉਹਦੇ ਵਿੱਚ ਦੱਸ ਦੇਣਾ ਚਾਹੀਦਾ ਹੈ, ਤਾਂ ਕਿ ਉਹ ਸਮਾਂ ਦੇ ਕੇ ਉਹ ਤਿਆਰ ਕਰਵਾ ਸਕੀਏ। ਇਸ ਤੋਂ ਬਿਨਾਂ ਹੋਰ ਤੁਸੀਂ ਵੱਖ-ਵੱਖ ਸਬਸਿਡੀਆਂ ਦੇ ਬਾਰੇ ਗੱਲਬਾਤ ਕੀਤੀ ਆ, ਉਹਦੇ ਬਾਰੇ ਮੈਂ ਦੱਸਣਾ ਚਾਹੂੰਗਾ ਕਿ ਸਾਡੇ ਬਾਗਬਾਨੀ ਵਿਭਾਗ ਵੱਲੋਂ ਨਵੇਂ ਬਾਗ ਲਗਾਉਣ ਵਾਸਤੇ 40 ਤੋਂ 50% ਤੱਕ ਅਸੀਂ ਸਬਸਿਡੀ ਦਿੰਦੇ ਹਾਂ। ਇਸ ਤੋਂ ਬਿਨਾਂ ਫੁੱਲਾਂ ਦੀ ਖੇਤੀ ਵਾਸਤੇ, ਜਿਹਦੇ ਵਿੱਚ ਗੇਂਦੇ ਦੀ ਕਾਸ਼ਤ ਕਰ ਸਕਦੇ ਹਾਂ ਆਪਾਂ, ਗਲੈਡੂਲਸ ਦੀ ਕਾਸ਼ਤ ਕਰ ਸਕਦੇ ਹਾਂ, ਦੇਸੀ ਗੁਲਾਬ ਦੀ ਕਰ ਸਕਦੇ ਹਾਂ, ਉਹਦੀ ਕਾਸ਼ਤ ਦੇ ਸੰਬੰਧ ਦੇ ਵਿੱਚ ਵੀ 40 ਤੋਂ 50% ਤੱਕ ਅਸੀਂ ਸਬਸਿਡੀ ਦਿੰਦੇ ਹਾਂ। ਇਸ ਤੋਂ ਬਿਨਾਂ
ਜਿਹੜਾ ਪ੍ਰੋਟੈਕਟਡ ਕਲਟੀਵੇਸ਼ਨ ਆ ਸਾਡਾ ਇੱਕ ਸੈਂਟਰ ਆਫ ਐਕਸਲੈਂਸ ਕਰਤਾਰਪੁਰ ਵਿਖੇ ਬਣਿਆ ਹੋਇਆ। ਅਸੀਂ ਸਾਰੇ ਪੰਜਾਬ ਦੇ ਵਾਸੀਆਂ ਨੂੰ ਹੀ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਉੱਥੇ ਆ ਕੇ ਤਕਨੀਕੀ ਤੌਰ 'ਤੇ ਉਹ ਜਾਣਕਾਰੀ ਲੈਣ। ਉਹ ਇਜ਼ਰਾਈਲ ਦੀ ਟੈਕਨੋਲੋਜੀ ਦੇ ਨਾਲ ਉੱਥੇ ਇੱਕ ਸਾਡਾ ਸੈਂਟਰ 10 ਕਰੋੜ ਰੁਪਏ ਦਾ ਪ੍ਰੋਜੈਕਟ ਲੱਗਿਆ ਹੋਇਆ, ਜਿੱਥੇ 3 ਦਿਨ ਦੀ ਅਸੀਂ ਟ੍ਰੇਨਿੰਗ ਦਿੰਦੇ ਹਾਂ। ਉਹ ਪ੍ਰੈਕਟੀਕਲੀ ਟ੍ਰੇਨਿੰਗ ਤੋਂ ਲੈਣ ਤੋਂ ਬਾਅਦ ਹੀ ਪ੍ਰੋਟੈਕਟਡ ਕਲਟੀਵੇਸ਼ਨ ਵੱਲ ਇੱਧਰ ਆਉਣਾ ਚਾਹੀਦਾ ਹੈ, ਜਿਹਦੇ ਵਿੱਚ ਪੋਲੀ ਹਾਊਸ, ਨੈਟ ਹਾਊਸ, ਵਾਕਿੰਗ ਟਨਲ, ਲੋ ਟਨਲ ਵਗੈਰਾ ਦੀ ਉਹ ਖੇਤੀ ਕੀਤੀ ਜਾ ਸਕਦੀ ਹੈ। ਅਸੀਂ ਬਾਗਬਾਨੀ ਵਿਭਾਗ ਵੱਲੋਂ ਜੇ ਕਿਸੇ ਨੇ ਪੋਲੀ ਹਾਊਸ ਲਾਉਣਾ ਹੋਵੇ ਤਾਂ 4000 ਸਕੁਅਰ ਮੀਟਰ ਤੱਕ ਦਾ ਇੱਕ ਬੰਦਾ ਮੈਕਸੀਮਮ ਇਹ ਪੋਲੀ ਹਾਊਸ ਜਾਂ ਨੈਟ ਹਾਊਸ ਬਣਾ ਸਕਦਾ ਹੈ। ਜੇਕਰ ਪੋਲੀ ਹਾਊਸ ਬਣਾਉਣਾ ਹੋਵੇ ਤਾਂ ਉਹਦੇ 'ਤੇ 4000 ਸਕੁਅਰ ਮੀਟਰ ਦੇ ਉੱਤੇ 16,88,000 ਰੁਪਈਆ ਅਸੀਂ ਸਬਸਿਡੀ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੰਦੇ ਹਾਂ। ਇਸੇ ਤਰ੍ਹਾਂ ਜੇ ਨੈਟ ਹਾਊਸ ਲਾਉਣਾ ਹੋਵੇ ਤਾਂ ਉਹਦੇ 'ਤੇ 14,20,000 ਰੁਪਏ 50% ਸਬਸਿਡੀ ਹੈ ਜਿਹੜੀ ਬਣਦੀ ਹੈ ਉਹ ਦਿੰਦੇ ਹਾਂ। ਇਸ ਤੋਂ ਬਿਨਾਂ ਜਿਹੜੀ ਉਹਦੇ ਵਿੱਚ ਸਬਜ਼ੀ ਪੈਦਾ ਕਰਨੀ ਹੈ ਉਹਦੇ ਉੱਤੇ ਵੀ ਅਸੀਂ 2,80,000 ਰੁਪਈਆ ਪ੍ਰਤੀ ਏਕੜ ਦੇ ਹਿਸਾਬ ਨਾਲ 4000 ਸਕੁਅਰ ਮੀਟਰ 'ਤੇ ਅਸੀਂ ਸਬਸਿਡੀ ਉਹ ਮੁਹੱਈਆ ਕਰਦੇ ਹਾਂ। ਇਸ ਤੋਂ ਬਿਨਾਂ ਹੋਰ ਸਾਡੀਆਂ ਵੱਖ-ਵੱਖ ਕਾਫੀ ਸਕੀਮਾਂ ਚੱਲ ਰਹੀਆਂ ਹਨ, ਜਿਹਦੇ ਵਿੱਚ ਮੈਂ ਦੱਸਣਾ ਚਾਹੂੰਗਾ ਕਿ ਜਿਹੜੇ ਲੜਕੇ ਜਾਂ ਲੜਕੀਆਂ ਬੇਰੁਜ਼ਗਾਰ ਨੇ, ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈਗੀ, ਉਹ ਸ਼ਹਿਦ ਦੀਆਂ ਮੱਖੀਆਂ ਦਾ ਕੰਮ ਕਰ ਸਕਦੇ ਨੇ। ਕੋਈ ਵੀ ਵਿਅਕਤੀ ਉਹ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬਣੇ, ਉੱਥੋਂ 5 ਦਿਨ ਦੀ ਟ੍ਰੇਨਿੰਗ ਪ੍ਰਾਪਤ ਕਰਨ ਤੋਂ ਬਾਅਦ ਉਹ 50 ਬਕਸਿਆਂ ਵਾਸਤੇ ਅਸੀਂ ਸਬਸਿਡੀ ਬਾਗਬਾਨੀ ਵਿਭਾਗ ਵੱਲੋਂ ਮੁਹੱਈਆ ਕਰਦੇ ਹਾਂ, ਜਿਹੜੀ ਕਿ ਅਸੀਂ ਇੱਕੇ ਵਿੱਚੇ ਮੈਂ ਤੁਹਾਨੂੰ ਟੋਕਦਾ ਚਾਹਾਂਗਾ ਕਿ ਜਿਹੜਾ ਆਪਣੇ ਇੱਥੇ ਰੌਣੀ ਫਾਰਮ ਹੈ, ਇੱਥੇ ਵੀ ਇਹੋ ਜਿਹੀਆਂ ਟ੍ਰੇਨਿੰਗਾਂ ਮੱਖੀ ਪਾਲਣ ਜਾਂ ਸ਼ਹਿਦ ਦੇ ਖੁੰਬਾਂ ਪਾਲਣ ਜਾਂ ਹੋਰ ਕੀ ਖੁੰਬਾਂ ਗਾਉਣ ਦਾ, ਇਹਦੇ ਬਾਰੇ ਕੋਈ ਟ੍ਰੇਨਿੰਗ ਇੱਥੇ ਜਿਹੜਾ ਰੌਣੀ ਫਾਰਮ ਆਪਣਾ ਯੂਨੀਵਰਸਿਟੀ ਦਾ, ਇੱਥੇ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ? ਹਾਂਜੀ ਡਾਕਟਰ ਸਾਹਿਬ, ਸਾਰੇ ਹੀ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿੱਚ ਪੰਜਾਬ ਦੇ ਵਿੱਚ ਉਹ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ। ਪਟਿਆਲੇ ਜ਼ਿਲ੍ਹੇ ਦੇ ਵਿੱਚ ਇੱਥੇ ਰੌਣੀ ਦੇ ਵਿਖੇ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਹ ਟ੍ਰੇਨਿੰਗ ਲੈਣ ਤੋਂ ਉਪਰੰਤ ਸਾਡੇ ਬਲਾਕ ਦੇ ਬਾਗਬਾਨੀ ਵਿਕਾਸ ਅਫਸਰ ਦੇ ਰਾਹੀਂ ਐਪਲੀਕੇਸ਼ਨ ਸਾਡੇ ਕੋਲ ਆ ਜਾਣੀ ਹੈ ਅਤੇ ਉਹਨਾਂ ਨੇ ਔਨਲਾਈਨ ਰਜਿਸਟ੍ਰੇਸ਼ਨ ਕਰ ਲੈਣੀ ਹੈ ਅਤੇ ਜਿਹੜੀ ਸਬਸਿਡੀ ਵੀ ਆ ਉਹਨਾਂ ਨੇ ਔਨਲਾਈਨ ਹੀ ਖਾਤੇ ਦੇ ਵਿੱਚ ਇਹ ਦਿੱਤੀ ਜਾਂਦੀ ਹੈ। ਡਾਕਟਰ ਸਾਹਿਬ, ਇਹਦੇ 'ਚ ਕੋਈ ਫੀਸ ਵਗੈਰਾ ਵੀ ਰੱਖੀ ਹੈ ਸਰਕਾਰ ਨੇ ਜਾ ਕੇ ਫ੍ਰੀ ਹੈ ਇਹ? ਉੱਥੇ ਟ੍ਰੇਨਿੰਗ ਸਾਰੀ ਉਹ ਫ੍ਰੀ ਦਿੱਤੀ ਜਾਂਦੀ ਆ, ਸਾਡੇ ਵੱਲੋਂ ਵੀ ਕੋਈ ਫੀਸ ਨਹੀਂ ਹੈਗੀ, ਇਹ ਸਾਰਾ ਕੰਮ ਫ੍ਰੀ ਹੋਈ ਆ। ਇਸ ਤੋਂ ਬਿਨਾਂ ਜਿਹੜੀਆਂ ਹੋਰ ਸਾਡੀਆਂ ਵੱਖ-ਵੱਖ ਸਕੀਮਾਂ ਚੱਲ ਰਹੀਆਂ, ਜਿਹਦੇ ਵਿੱਚ ਗੰਡੋਇਆਂ ਦੀ ਖਾਦ ਤਿਆਰ ਕਰਨਾ ਹੈ, ਉਹਦੇ ਵਿੱਚ ਜਿਵੇਂ 30 ਫੁੱਟ ਲੰਬਾ ਅਤੇ 8 ਫੁੱਟ ਚੌੜਾ। ਮੈਂ ਟੋਕਣਾ ਚਾਹਾਂਗਾ, ਇਹ ਜਿਹੜਾ ਤੁਸੀਂ ਉੱਥੇ ਟ੍ਰੇਨਿੰਗ ਕਰਦੇ ਨੇ, ਕੀ ਉਸ ਨੂੰ ਕੋਈ ਯੂਨੀਵਰਸਿਟੀ ਵੱਲੋਂ ਕੋਈ ਸਰਟੀਫਿਕੇਟ ਦਿੱਤਾ ਜਾਂਦਾ ਹੈ ਜਾਂ ਫਿਰ ਉਸ 'ਤੇ ਕੋਈ ਲੋਨ ਨੂੰ ਲੈਣਾ ਹੋਵੇ ਉਹਦੇ ਵਾਸਤੇ ਵੀ ਇਹ ਕੰਮ ਆਉਂਦਾ ਹੈ? ਹਾਂਜੀ, ਜਿਹੜੀ ਇਹ ਟ੍ਰੇਨਿੰਗ ਦਿੱਤੀ ਹੈ ਸਰਟੀਫਿਕੇਟ ਦੇ ਆਧਾਰ 'ਤੇ ਹੀ ਅਸੀਂ ਸਬਸਿਡੀ ਦਿੰਦੇ ਹਾਂ। ਉਹ 5 ਦਿਨ ਦੇ ਟ੍ਰੇਨਿੰਗ ਕਰਨ ਤੋਂ ਉਪਰੰਤ ਉਹ ਸਰਟੀਫਿਕੇਟ ਇਸ਼ੂ ਕੀਤਾ ਜਾਂਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਵੱਲੋਂ। ਉਸੇ ਬੇਸ ਦੇ ਉੱਤੇ ਅਸੀਂ ਸਬਸਿਡੀ ਇਹ ਜਿਹੜੀ 40% ਦਿੰਦੇ ਹਾਂ। ਇਸ ਤੋਂ ਬਿਨਾਂ ਹੋਰ ਅਦਾਰੇ ਵੀ ਜਿਵੇਂ DIC ਜ਼ਿਲ੍ਹਾ ਉਦਯੋਗ ਕੇਂਦਰ ਵਾਲੇ ਹੈ, ਉਹ ਵੀ ਇਹਦੇ ਵਿੱਚ ਸਬਸਿਡੀ ਦਿੰਦੇ ਨੇ। ਜੇ ਉਹਨਾਂ ਦੀ ਇੱਕ ਵੱਖਰੀ ਸਕੀਮ ਆ ਉਹ ਸਾਡੇ ਨਾਲੋਂ। ਇਸ ਤਰ੍ਹਾਂ ਮੈਂ ਬਿਨਾਂ ਜਿਵੇਂ ਸ਼ਹਿਦ ਦੀਆਂ ਮੱਖੀਆਂ ਦੀ ਆਪਾਂ ਗੱਲ ਕਰ ਰਹੇ ਹਾਂ, ਇੱਕ ਸੈਂਟਰ ਗੌਰਮੈਂਟ ਵੱਲੋਂ ਨੈਸ਼ਨਲ ਬੀ ਬੋਰਡ ਐਂਡ ਹਨੀ ਮਿਸ਼ਨ ਇੱਕ ਵੱਖਰਾ ਹੋਰ ਸਟਾਰਟ ਕੀਤਾ ਗਿਆ ਹੈ। ਉਹਦੇ ਵਿੱਚ ਸ਼ਹਿਦ ਦੇ ਕੰਮ ਕਰਨ ਦੇ ਲਈ ਬਹੁਤ ਵੱਡੇ ਪ੍ਰੋਜੈਕਟ ਉਹਦੇ ਵਿੱਚ ਸਟਾਰਟ ਕੀਤੇ ਗਏ ਹਨ, ਜਿਹਦੇ ਵਿੱਚ ਕੋਈ ਵੀ ਬੰਦਾ ਉਹ ਸ਼ਹਿਦ ਦਾ ਪ੍ਰੋਸੈਸਿੰਗ ਯੂਨਿਟ ਲਾ ਸਕਦਾ ਹੈ, ਜਿਵੇਂ 30 ਲੱਖ ਰੁਪਏ ਦੀ ਕੀਮਤ ਦਾ, 20 ਲੱਖ ਦਾ, 10 ਲੱਖ ਦਾ, ਈਵਨ ਇੱਥੋਂ ਤੱਕ ਕਿ ਜੇ ਵੱਡਾ ਐਕਸਪੋਰਟ ਕਰਨਾ ਕਿਸੇ ਨੇ ਉਹ 5 ਕਰੋੜ ਰੁਪਏ ਤੱਕ ਦਾ ਪ੍ਰੋਜੈਕਟ ਵੀ ਲਾ ਸਕਦੇ ਹਨ। ਜੇ ਕਿਸੇ ਨੇ ਇੰਡੀਵਿਜੂਅਲ ਤੌਰ 'ਤੇ ਇਹ ਸਾਰਾ ਕੁਝ ਤੁਹਾਡੇ ਡਿਪਾਰਟਮੈਂਟ ਰਾਹੀਂ ਐਪਲੀਕੇਸ਼ਨ ਦੇਊਗਾ, ਕੀ ਕਰੂਗਾ ਉਹ, ਕੀ ਪ੍ਰੋਸੀਜਰ ਹੋਊਗਾ ਉਹਦਾ? ਹਾਂਜੀ, ਉਹ ਸਾਡੇ ਬਾਗਬਾਨੀ ਵਿਭਾਗ ਦੇ ਨਾਲ ਹੀ ਉਹਨਾਂ ਨੂੰ ਸੰਪਰਕ ਕਰਨਾ ਪਊਗਾ। ਜੇ ਕਿਸੇ ਨੇ ਇੰਡੀਵਿਜੂਅਲ ਤੌਰ 'ਤੇ ਕੋਈ ਸਬਸਿਡੀ ਲੈਣੀ ਹੈ, ਕੋਈ ਪ੍ਰੋਜੈਕਟ ਲਾਉਣਾ, ਤਾਂ ਉਹਦੇ 'ਤੇ 50% ਸਬਸਿਡੀ ਦਿੱਤੀ ਜਾਂਦੀ ਹੈ। ਜੇ ਕੋਈ NGO ਬਣਾ ਕੇ ਜਾਂ ਗਰੁੱਪ NGO ਬਣਾ ਕੇ ਕੋਈ ਕੰਮ ਸ਼ੁਰੂ ਕਰਨਾ ਤਾਂ ਉਹਦੇ 'ਤੇ 75% ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਹੁਣ ਡਾਕਟਰ ਸਾਹਿਬ, ਤੁਸੀਂ ਵਰਮੀ ਕੰਪੋਸਟ ਬਾਰੇ ਗੱਲ ਕਰ ਰਹੇ, ਉਹਦੇ ਬਾਰੇ ਜਰਾ ਵਿਸਤਾਰ ਨਾਲ ਦੁਬਾਰਾ ਫੇਰ ਦੱਸਣਾ। ਹਾਂ, ਵਰਮੀ ਕਲਚਰ ਬਾਰੇ ਮੈਂ ਦੱਸ ਰਿਹਾ ਸੀ ਕਿ ਜਿਹੜਾ ਉਹ 30 ਬਾਈ 8 ਫੁੱਟ ਇੰਟੂ 2.5 ਫੁੱਟ ਦਾ ਇਹ ਆਪਾਂ ਤਿਆਰ ਕਰਨਾ ਸ਼ੈੱਡ, ਉਹਦੇ ਵਿੱਚ 1 ਲੱਖ ਰੁਪਈਆ ਖਰਚਾ ਆਉਂਦਾ ਅਤੇ 50% ਸਬਸਿਡੀ ਅਸੀਂ ਸਬਸਿਡੀ ਦਿੰਦੇ ਹਾਂ। ਉਹਦੇ ਵਿੱਚੋਂ 1 ਲੱਖ ਦੇ ਵਿੱਚੋਂ 50,000 ਰੁਪਈਆ ਸਬਸਿਡੀ ਦਿੰਦੇ ਹਾਂ। ਇਸ ਤੋਂ ਬਿਨਾਂ ਸਾਡੀਆਂ ਹੋਰ ਬਹੁਤ ਸਾਰੀਆਂ ਵੱਖ-ਵੱਖ ਸਕੀਮਾਂ ਹਨ। ਜਿਵੇਂ ਛੋਟੇ ਜ਼ਿਮੀਂਦਾਰ ਹਨ, ਉਹਨਾਂ ਨੂੰ ਵੱਡੇ ਟਰੈਕਟਰ ਲੈਣ ਦੀ ਲੋੜ ਨਹੀਂ ਹੈ। ਅਸੀਂ ਜ਼ਿਮੀਂਦਾਰ ਭਰਾਵਾਂ ਨੂੰ ਬੇਨਤੀ ਕਰਾਂਗੇ ਕਿ ਅਸੀਂ 20 ਹਾਰਸ ਪਾਵਰ ਦੇ ਟਰੈਕਟਰ ਦੇ ਉੱਤੇ 25% ਸਬਸਿਡੀ ਜਨਰਲ ਫਾਰਮਰ ਵਾਸਤੇ ਦਿੰਦੇ ਹਾਂ। ਜੇ ਕੋਈ SC ਫੈਮਿਲੀ ਹੋਵੇ ਜਾਂ
ਸਮਾਲ ਮਾਰਜਨਲ ਫਾਰਮ ਹੋਵੇ ਤਾਂ ਉਹਨਾਂ ਨੂੰ 35% ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਬਿਨਾਂ ਜੇ ਟਰੈਕਟਰ ਦਾ ਵੀ ਕੰਮ ਸਾਰ ਸਕਦਾ, ਇੱਕ ਪਾਵਰ ਵੀਡਰ ਹੱਥ ਨਾਲ ਚੱਲਣ ਵਾਲਾ ਟਰੈਕਟਰ ਹੁੰਦਾ, ਉਹਦੇ ਉੱਤੇ ਵੀ 40% ਸਬਸਿਡੀ ਅਸੀਂ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ ਕਿ ਤਾਂ ਕਿ ਸਾਡਾ ਵੱਡੇ ਜਿਹੜੇ ਟਰੈਕਟਰ ਲੈ ਕੇ ਆਪਾਂ ਖਰਚਾ ਨਾ ਉਹਨੂੰ ਵਧਾਈਏ, ਜਿੰਨਾ ਕੁ ਆਪਾਂ ਕਿਆਰੀ ਤਿਆਰ ਕਰਨਾ ਉਹਦੇ ਨਾਲ ਹੀ ਉਹ ਛੋਟੇ ਪਾਵਰ ਵੀਡਰ ਦੇ ਨਾਲ ਹੀ ਕੰਮ ਚੱਲ ਸਕਦਾ। ਇਸ ਤੋਂ ਬਿਨਾਂ ਜਿਹੜੇ ਸਾਡੇ ਸਪਰੇਅ ਪੰਪ ਆ, ਹਰ ਤਰ੍ਹਾਂ ਦਾ ਸਪਰੇਅ ਪੰਪ ਆ, ਉਹਦੇ 'ਤੇ ਵੀ 40% ਸਬਸਿਡੀ ਅਸੀਂ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ। ਡਾਕਟਰ ਸਾਹਿਬ, ਇੱਕ ਸਵਾਲ ਮੇਰੇ ਜ਼ਿਹਨ 'ਚ ਹੋਰ ਆਇਆ ਗਿਆ ਵੀ ਜਿਵੇਂ ਪਤਝੜ ਦੇ ਮੌਸਮ 'ਚ ਸਾਰੇ ਪੱਤੇ ਪੁੱਤੇ ਝੜ ਜਾਂਦੇ ਨੇ, ਆਪਾਂ ਇਹਨਾਂ ਨੂੰ ਅੱਗ ਲਾਉਣ ਦੀ ਬਜਾਏ ਕੋਈ ਆਪਾਂ ਇੱਥੇ ਪਿੱਟ ਜਿਹੜਾ ਫਰਟੀਲਾਈਜ਼ਰ ਪਿੱਟ ਤਿਆਰ ਕਰ ਸਕਦੇ ਜਿਹਨਾਂ ਆਪਣਾ ਖਾਦ ਵੀ ਤਿਆਰ ਹੋਵੇ ਤੇ ਪੋਲਿਊਸ਼ਨ ਵੀ ਤੋਂ ਵੀ ਰੋਕਥਾਮ ਹੋਵੇ। ਹਾਂਜੀ ਡਾਕਟਰ ਸਾਹਿਬ, ਇਹ ਤਾਂ ਅਸੀਂ ਰਿਕਮੈਂਡ ਕਰਦੇ ਹੀ ਹਾਂ। ਸਰਕਾਰ ਵੀ ਇਹਦੇ 'ਤੇ ਕਾਫੀ ਜ਼ੋਰ ਦਿੱਤਾ ਜਾ ਰਿਹਾ। ਮੈਂ ਕੰਪੋਸਟ ਪਿੱਟ ਆਪਾਂ ਤਿਆਰ ਕਰ ਸਕਦੇ ਹਾਂ। ਮੈਂ ਪੱਤਿਆਂ ਨੂੰ ਆਪਾਂ ਪਿੱਟ ਪੁੱਟ ਕੇ ਉਹਦੇ ਵਿੱਚ ਸੁੱਟ ਸਕਦੇ ਹਾਂ ਤੇ ਉਹਦੇ ਵਿੱਚ ਡੀਕੰਪੋਜ਼ਰ ਪਾ ਕੇ ਉਹ ਜਲਦੀ ਗਲ ਜਾਂਦਾ ਵਾ। ਤੇ ਇੱਕ ਵਿੱਚ ਹੀ ਟੋਕੂਗਾ ਮੈਂ, ਇਹਦੇ ਵਾਸਤੇ ਆਪਾਂ ਨੂੰ ਕੀ 2 ਪਿੱਟ ਤਿਆਰ ਕਰਨੇ ਚਾਹੀਦੇ ਨੇ ਤਾਂ ਕਿ ਇੱਕ ਪਿੱਟ ਜਦੋਂ ਭਰ ਗਿਆ ਫਿਰ ਉਹਨੂੰ ਕਿਵੇਂ ਢੱਕਣਾ ਹੈ, ਕੀ ਕਰਨਾ ਹੈ, ਤੇ ਦੂਆ ਪਿੱਟ ਕਿਸ ਤਰ੍ਹਾਂ ਕਿੰਨਾ ਉਹਦੀ ਲੰਬਾਈ ਚੌੜੀ ਬਾਰੇ ਵੀ ਥੋੜਾ ਬਹੁਤਾ ਜਾਣਕਾਰੀ ਦਿਓ। ਹਾਂਜੀ ਡਾਕਟਰ ਸਾਹਿਬ, ਉਹ ਤਾਂ ਤੁਹਾਡੇ ਡਿਪੈਂਡ ਕਰਦਾ ਵੀ ਕਿੰਨਾ ਕੁ ਤੁਹਾਡੇ ਕੋਲ ਰਾ ਮਟੀਰੀਅਲ ਹੈ, ਉਹਦੇ ਹਿਸਾਬ ਨਾਲ ਹੀ ਉਹਨੂੰ ਸਾਈਜ਼ ਨੂੰ ਦੇ ਹਿਸਾਬ ਆਪਾਂ ਐਡਜਸਟ ਕਰ ਸਕਦੇ ਹਾਂ। ਇਹਦੇ ਵਿੱਚ 2 ਪਿੱਟ ਹੋ ਜਾਣ ਤਾਂ ਬਹੁਤ ਵਧੀਆ ਹੁੰਦਾ, ਕਿਉਂਕਿ ਇੱਕ ਪਿੱਟ ਦੇ ਵਿੱਚ ਉਹਨੂੰ ਜਦੋਂ ਭਰ ਜਾਵੇ ਤਾਂ ਉਹਨੂੰ ਮਿੱਟੀ ਪਾ ਕੇ ਬਾਅਦ ਦੇ ਵਿੱਚ ਡੀਕੰਪੋਜ਼ਰ ਪਾ ਕੇ ਉਹਨੂੰ ਬੰਦ ਕਰ ਦੇਣਾ ਹੈ ਤੇ ਉਹ 2, 2.5, 3 ਮਹੀਨੇ ਦੇ ਵਿੱਚ ਉਹਦੀ ਖਾਦ ਤਿਆਰ ਹੋ ਜਾਂਦੀ ਹੈ। ਉਸ ਤੋਂ ਬਾਅਦ ਡੀਕੰਪੋਜ਼ਰ ਕਿੰਨਾ ਪਾਉਣਾ ਹੈ ਪਰ ਪਿੱਟ? ਉਹ 20 ਗ੍ਰਾਮ ਦੀ ਇੱਕ ਸ਼ੀਸ਼ੀ ਆਉਂਦੀ ਹੈ ਤੇ ਉਹਨੂੰ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਆਪਾਂ ਉਹਦੀ ਸਪਰੇਅ ਕਰਦੇ ਰਹੀਏ ਤਾਂ ਹਰੇਕ ਲੇਅਰ ਦੇ ਉੱਤੇ ਕਰ ਦਈਏ ਤਾਂ ਉਹ ਬਸ ਰੋਟਿੰਗ ਉਹਦੀ ਹੋ ਜਾਂਦੀ ਹੈ ਤੇ ਜਲਦੀ ਖਾਦ ਤਿਆਰ ਹੋ ਜਾਂਦੀ ਹੈ ਉਹਦੀ। ਡਾਕਟਰ ਸਾਹਿਬ, ਇੱਕ ਕੁਐਸਚਨ ਮੇਰੇ ਲਾਸਟ ਹੋਰ ਆਪਾਂ ਕਰਾਂਗੇ ਕਿ ਜਿਹੜੇ ਜ਼ਿਮੀਂਦਾਰ ਨੇ ਪਿੰਡਾਂ 'ਚ ਸੁਸਾਇਟੀਆਂ ਬਣਾ ਕੇ ਕੋਈ ਆਪਣਾ ਸਟੋਰ ਬਣਾ ਸਕਦੇ ਨੇ, ਉਹਨਾਂ ਵਾਸਤੇ ਕੋਈ ਸਬਸਿਡੀ ਵਗੈਰਾ ਹੈਗੀ ਸਟੋਰ ਬਣਾਉਣ ਵਾਸਤੇ? ਨਹੀਂ, ਉੱਦਾਂ ਦੀ ਸਕੀਮ ਨਹੀਂ ਹੈ। ਸਾਡੇ ਆਪ ਦੇ ਹੀ ਬਾਗਬਾਨੀ ਵਿਭਾਗ ਦਾ ਜਿਵੇਂ ਗਵਾਵਾ ਸਟੇਟ ਬਣ ਰਹੀ ਆ, ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਆਲਮੋਸਟ ਤੁਹਾਨੂੰ ਦੱਸਿਆ ਵੀ ਸਟੇਟਸ ਕਈ ਜ਼ਿਲ੍ਹਿਆਂ ਦੇ ਵਿੱਚ ਬਣ ਚੁੱਕੀਆਂ ਨੇ। ਜਿਵੇਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਅਸੀਂ ਹਰ ਤਰ੍ਹਾਂ ਦੇ ਇੰਪਲੀਮੈਂਟਸ ਇੱਥੇ ਸੰਦ ਲੈ ਰਹੇ, ਉਹ ਕਿਰਾਏ 'ਤੇ ਦੇਣੇ। ਜਿਵੇਂ ਸੁਸਾਇਟੀ, ਇਹ ਵੀ ਇੱਕ ਸੁਸਾਇਟੀ ਹੋਈ ਆ, ਉਹ ਕਿਰਾਏ ਦੇ ਉੱਤੇ ਦੇਣੀ ਆ ਆਪਾਂ। ਹੋਰ ਇਹ ਵੀ ਗੱਲ ਤੁਹਾਡੀ ਠੀਕ ਹੈ। ਮੈਂ ਤਾਂ ਸਿਰਫ ਇਹ ਜਾਣਨਾ ਚਾਹੁੰਦਾ ਸੀਗਾ ਵੀ ਸੁਸਾਇਟੀ ਬਣਾ ਕੇ ਪਿੰਡਾਂ ਜੇ ਇੰਡੀਵਿਜੂਅਲ ਕਿਸਾਨ ਆਪਣੇ ਲੈਵਲ 'ਤੇ ਕਰਨਾ ਚਾਹਣ, ਉਹਨਾਂ ਨੂੰ ਬਿਹਤਰ ਤੁਸੀਂ ਕਹੋਗੇ ਵੀ ਸਾਡੇ ਕੋਲ ਆਓ, ਤੁਸੀਂ ਸਾਡੇ ਰਾਹੀਂ ਉਹ ਜਿਹੜਾ ਹੈਗਾ ਅਸੀਂ ਉਹ ਸੁਸਾਇਟੀ ਦਾ ਹੀ ਕੰਮ ਕਰ ਰਹੇ ਹਾਂ, ਕੀ ਇਹਦੇ ਬਾਰੇ ਮਾੜਾ ਜਾਂਦਾ? ਹਾਂਜੀ, ਉਹ ਜਿਹੜੀ ਅਸੀਂ ਸਾਡੇ ਵਿਭਾਗ ਵੱਲੋਂ ਕੌਮੀ ਬਾਗਬਾਨੀ ਮਿਸ਼ਨ ਦੇ ਤਹਿਤ ਆ ਜਿਹੜੀਆਂ ਸਬਸਿਡੀਆਂ ਉਹ ਇੰਡੀਵਿਜੂਅਲ ਫਾਰਮਰ ਵਾਸਤੇ ਦਿੱਤੀਆਂ ਜਾਂਦੀਆਂ, ਉਹ ਸੁਸਾਇਟੀ ਵਾਸਤੇ ਨਹੀਂ ਇੱਧਰ ਕੌਮੀ ਬਾਗਬਾਨੀ ਮਿਸ਼ਨ ਦੇ ਵਿੱਚ ਸਬਸਿਡੀ ਦਿੱਤੀ ਜਾਂਦੀ। ਹਾਂਜੀ ਡਾਕਟਰ ਸਾਹਿਬ, ਜਿਵੇਂ ਆਪਾਂ ਦੱਸ ਰਹੇ ਸੀ ਕਿ ਵੱਖ-ਵੱਖ ਸਾਡੀਆਂ ਬਾਗਬਾਨੀ ਵਿਭਾਗ ਦੀਆਂ ਸਕੀਮਾਂ, ਉਹਦੇ ਵਿੱਚ ਮੈਂ ਇੱਕ ਹੋਰ ਮੁੱਖ ਤੌਰ 'ਤੇ ਦੱਸਣਾ ਚਾਹੁੰਦਾ, ਸਾਡੇ ਕੋਲ ਇੱਕ ਖੁੰਭਾਂ ਦੀ ਸਕੀਮ ਹੈ। ਖੁੰਭਾਂ ਦੀ ਖੇਤੀ ਨੂੰ ਵੀ ਕਾਫੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਹਦੇ ਵਿੱਚ 3 ਤਰ੍ਹਾਂ ਦੇ ਪ੍ਰੋਜੈਕਟ ਆਉਂਦੇ ਹਨ। ਜਿਵੇਂ ਸਪਾਨ ਤਿਆਰ ਕਰਨਾ, ਸਪਾਨ ਤਿਆਰ ਕਰਨ ਦਾ ਜਿਹੜੀ ਉਹ ਹੈ 15 ਲੱਖ ਰੁਪਏ ਦਾ ਪ੍ਰੋਜੈਕਟ ਆ, ਉਹਦੇ 'ਤੇ 40% ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਬਿਨਾਂ ਕੰਪੋਸਟ ਮੇਕਿੰਗ ਦਾ ਇੱਕ ਸਾਡਾ ਪ੍ਰੋਜੈਕਟ ਹੈ, ਕੰਪੋਸਟ ਤਿਆਰ ਕਰਕੇ ਫਾਰਮਰ ਨੂੰ ਅੱਗੇ ਸਪਲਾਈ ਕਰਨਾ, ਉਹ ਵੀ 20 ਲੱਖ ਰੁਪਏ ਦਾ ਪ੍ਰੋਜੈਕਟ ਹੈ, ਉਹਦੇ 'ਤੇ ਵੀ 40% ਸਬਸਿਡੀ ਦਿੱਤੀ ਜਾਂਦੀ ਹੈ, 8 ਲੱਖ ਰੁਪਏ ਜਿਹੜੀ ਹੁੰਦੀ ਹੈ। ਇਸ ਤੋਂ ਬਿਨਾਂ ਜੇ ਸਾਰਾ ਸਾਲ ਹੀ ਆਪਾਂ ਖੁੰਭਾਂ ਪੈਦਾ ਕਰ ਰਹੀਆਂ ਹੋਣ ਤਾਂ ਉਹਦੇ ਵਾਸਤੇ ਵੀ ਇੱਕ 20 ਲੱਖ ਰੁਪਏ ਦਾ ਪ੍ਰੋਜੈਕਟ ਆ, ਉਹਦੇ 'ਤੇ ਵੀ 40% ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਬਿਨਾਂ ਮੈਂ ਹੋਰ ਦੱਸਣਾ ਚਾਹੂੰਗਾ ਕਿ ਜ਼ਿਮੀਂਦਾਰ ਭਰਾਵਾਂ ਨੂੰ ਜਿਵੇਂ ਫਲ ਸਬਜ਼ੀਆਂ ਸਾਡੇ ਕੋਲ ਜ਼ਿਆਦਾ ਹੋ ਜਾਂਦੀਆਂ, ਆਪਾਂ ਜਦੋਂ ਮੰਡੀ ਦੇ ਵਿੱਚ ਗਲੱਟ ਆ ਜਾਂਦਾ ਹੈ ਤਾਂ ਕੋਲਡ ਰੂਮ ਵੀ ਬਣਾਏ ਜਾ ਸਕਦੇ ਹਨ। ਕੋਲਡ ਰੂਮ ਬਣਾਉਣ ਵਾਸਤੇ 15 ਲੱਖ ਰੁਪਏ ਦੇ ਕਰੀਬ ਉੱਤੇ ਖਰਚਾ ਆਉਂਦਾ ਹੈ ਤੇ ਅਸੀਂ 35% ਸਬਸਿਡੀ ਉੱਤੇ ਮੁਹੱਈਆ ਕਰਦੇ ਹਾਂ, ਜਿਹੜੀ 5 ਲੱਖ ਦੇ ਕਰੀਬ ਹੈ ਸਬਸਿਡੀ ਉਹ। ਇਸ ਤੋਂ ਬਿਨਾਂ ਵੱਖ-ਵੱਖ ਤਰ੍ਹਾਂ ਦੇ ਆਪਾਂ ਕੋਲਡ ਸਟੋਰ ਵੀ ਬਣਾ ਸਕਦੇ ਹਾਂ। ਕੋਲਡ ਜਿਹੜੇ ਚੈਂਬਰਾਂ ਵਾਲੇ ਕੋਲਡ ਸਟੋਰ ਹੁੰਦੇ ਆ, ਜਿਹਦੇ ਵਿੱਚ ਵੱਖ-ਵੱਖ ਟੈਂਪਰੇਚਰ ਦੇ ਉੱਤੇ ਸਬਸਿਡੀਆਂ ਉਹਨੂੰ ਸਟੋਰ ਕਰ ਸਕਦੇ ਆ, ਕਿਉਂਕਿ ਜਿਵੇਂ ਆਲੂ ਵਾਲਾ ਕੋਲਡ ਸਟੋਰ ਤਾਂ ਇੱਕੋ ਟੈਂਪਰੇਚਰ 'ਤੇ ਸਟੋਰ ਕਰਦਾ ਹੈ ਕਿ ਜਦੋਂ ਸਬਜ਼ੀਆਂ ਨੂੰ ਆਪਾਂ ਸਟੋਰ ਕਰਨਾ ਹੋਵੇ ਆਪਾਂ ਉਹਨਾਂ ਨੂੰ ਅਲੱਗ-ਅਲੱਗ ਟੈਂਪਰੇਚਰ 'ਤੇ ਸਟੋਰ ਕਰਾਂਗੇ, ਉਹਦੇ ਉੱਤੇ ਵੀ 35% ਸਬਸਿਡੀ ਆ। ਡਾਕਟਰ ਸਾਹਿਬ, ਇਹਦੇ ਬਾਰੇ ਤਕਨੀਕੀ ਜਾਣਕਾਰੀ ਤੁਸੀਂ ਤੁਹਾਡਾ ਆਪਣਾ ਸਟਾਫ ਜਾ ਕੇ ਦਿੰਦਾ ਹੈ ਜਾਂ ਕਿਸ ਤਰ੍ਹਾਂ ਕੀ ਹੈ? ਅਸੀਂ ਵਿੱਤੀ ਤੌਰ 'ਤੇ ਮਦਦ ਤੇ ਥੋੜ੍ਹੀ ਬਹੁਤੀ ਜਿਹੜੀ ਡਿਪਾਰਟਮੈਂਟ ਵੱਲੋਂ ਤਕਨੀਕੀ ਜਾਣਕਾਰੀ ਅਸੀਂ ਵੀ ਮੁਹੱਈਆ ਕਰਦੀ ਹਾਂ। ਇਸ ਤੋਂ ਬਿਨਾਂ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਡਾਕਟਰ ਮਹਾਜਨ ਪੋਸਟ ਹਾਰਵੈਸਟ ਟੈਕਨੋਲੋਜੀ ਦੇ ਉੱਥੇ PHU ਲੁਧਿਆਣੇ ਵਿਖੇ ਹਨ, ਉਹਨਾਂ ਤੋਂ ਵੀ ਅਸੀਂ ਉਹ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਤੇ ਫਾਰਮਰ ਵੀ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਬਿਨਾਂ ਜਿਹੜੀਆਂ ਹੋਰ ਮੈਂ ਸਕੀਮਾਂ ਬਾਰੇ ਗੱਲ ਕਰ ਰਿਹਾ ਸੀ, ਜਿਵੇਂ ਸਰਕਾਰ ਜ਼ੋਰ ਦੇ ਰਹੀ ਹੈ ਤੰਦਰੁਸਤ ਸਿਹਤ ਮਿਸ਼ਨ ਦੇ ਤਹਿਤ ਵੀ ਤੰਦਰੁਸਤ ਪੰਜਾਬ, ਉਹਦੇ ਵਿੱਚ ਰਾਈਪਨਿੰਗ ਚੈਂਬਰ ਨੂੰ ਅਸੀਂ ਪਹਿਲ ਦੇ ਰਹੇ ਹਾਂ। ਰਾਈਪਨਿੰਗ ਚੈਂਬਰ ਦੇ ਵਿੱਚ ਅਸੀਂ ਕੇਲਾ, ਪਪੀਤਾ, ਚੀਕੂ ਇਹ ਜਿਹੜੇ ਪਕਾਏ ਜਾ ਸਕਦੇ ਆ,
ਜਿਹੜੇ ਨਾਰਮਲ ਲੋਕੀ ਕੇਲਾ ਪਪੀਤਾ ਚੀਕੂ ਤਿਆਰ ਕਰਦੇ ਹਨ ਉਹ ਕੈਲਸ਼ੀਅਮ ਕਾਰਬਾਈਡ ਨਾਲ ਪਕਾਉਂਦੇ ਹਨ, ਜਿਹੜਾ ਕਿ ਬਹੁਤ ਹੀ ਹਾਨੀਕਾਰਕ ਆ। ਉਹਦੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ। ਜਿਹੜੇ ਰਾਈਪਨਿੰਗ ਚੈਂਬਰ ਦੇ ਵਿੱਚ ਆਪਾਂ ਤਿਆਰ ਕਰਦੇ ਹਾਂ ਤਾਂ ਉਹ ਐਥੀਲੀਨ ਗੈਸ ਰਿਲੀਜ਼ ਹੁੰਦੀ ਆ, ਜਿਹੜੀ ਕਿ ਕੁਦਰਤੀ ਤੌਰ ਤੇ ਜਿਵੇਂ ਤਿਆਰ ਹੁੰਦੀ ਆ ਉਵੇਂ ਤਰ੍ਹਾਂ ਦਾ ਹੀ ਉਹਦੇ 'ਚ ਫਰੂਟ ਜਾਂ ਫਲ ਪੱਕ ਕੇ ਤਿਆਰ ਹੁੰਦਾ ਐਥੀਲੀਨ ਗੈਸ ਦੇ ਨਾਲ। ਡਾਕਟਰ ਸਾਹਿਬ ਇਸ ਤੇ ਕੋਈ ਬੈਨ ਲਾਇਆ ਹੈਗਾ ਯੂਜ਼ ਕਰਨ ਵਾਸਤੇ? ਜਿਹੜੀ ਮੈਂ ਤੁਹਾਨੂੰ ਦੱਸਿਆ ਕੈਲਸ਼ੀਅਮ ਕਾਰਬਾਈਡ ਵਾਲਾ ਜਿਹੜਾ ਬਿਲਡਿੰਗ ਵਾਲਾ ਮਸਾਲਾ ਹੀ ਹੁੰਦਾ ਹੈ ਇੱਕ ਕਿਸਮ ਦਾ, ਉਹਦੇ ਉੱਤੇ ਸਰਕਾਰ ਨੇ ਸੈਂਟਰ ਗੌਰਮੈਂਟ ਵੱਲੋਂ ਬੈਨ ਲੱਗਿਆ ਹੋਇਆ ਹੈ। ਇਸ ਲਈ ਉਹਨਾਂ ਨੂੰ ਸਰਕਾਰ ਨੇ ਬਹੁਤ ਡਿਸਕਰੇਜ ਕੀਤਾ ਹੈ ਤੇ ਐਥੀਲੀਨ ਗੈਸ ਨਾਲ ਪਕਾਉਣ ਵਾਸਤੇ ਰਾਈਪਨਿੰਗ ਚੈਂਬਰ ਦੇ ਉੱਤੇ ਇਹ ਸਬਸਿਡੀ ਦੇਣ ਦਾ ਜਿਹੜਾ ਇਹ ਸ਼ੁਰੂ ਕੀਤਾ ਗਿਆ। ਇਸੇ ਤਰ੍ਹਾਂ ਸਾਡੇ ਹੋਰ ਵੱਖ-ਵੱਖ ਸਕੀਮਾਂ ਹਨ, ਜਿਵੇਂ ਪਿਆਜ਼ ਦੀ ਖੇਤੀ ਜਿਹੜੇ ਕਰਨ ਵਾਲੇ ਜ਼ਿਮੀਂਦਾਰ ਹਨ ਉਹਨਾਂ ਨੂੰ ਥੈਚ ਹਾਊਸ ਦੇ ਵਿੱਚ ਰੱਖ ਕੇ ਉਹਨਾਂ ਨੂੰ ਸਟੋਰ ਕੀਤਾ ਜਾ ਸਕਦਾ ਹੈ। ਜਿਵੇਂ ਹੁਣ ਅਪ੍ਰੈਲ ਮਈ ਦੇ ਮਹੀਨੇ ਦੇ ਵਿੱਚ ਪਿਆਜ਼ ਪੁੱਟਿਆ ਜਾਂਦਾ ਹੈ ਤੇ ਉਹ ਬਾਅਦ ਦੇ ਵਿੱਚ ਗਲਾਟਾ ਜਾਂਦਾ ਮਾਰਕੀਟ ਦੇ ਵਿੱਚ, ਰੇਟ ਡਾਊਨ ਹੋ ਜਾਂਦੇ ਆ। ਜੇ ਆਪਾਂ ਉਹਨਾਂ ਨੂੰ 25 ਮੀਟਰ ਆਪਾਂ ਘਰ ਦੇ ਵਿੱਚ ਹੀ ਸਟੋਰ ਕਰਨਾ ਹੋਵੇ, ਬਾਗਬਾਨੀ ਵਿਭਾਗ ਦੀ ਇੱਕ ਥੈਚ ਹਾਊਸ ਬਣਾਉਣ ਦੀ ਸਕੀਮ ਹੈ। 25 ਮੀਟਰ ਟਨ ਮੀਨਜ਼ 250 ਕੁਇੰਟਲ ਤੱਕ ਪਿਆਜ਼ ਉਹ ਘਰ ਦੇ ਵਿੱਚ ਹੀ ਸਟੋਰ ਕੀਤਾ ਜਾ ਸਕਦਾ ਹੈ ਤੇ ਵਿਭਾਗ ਵੱਲੋਂ 87,500 ਰੁਪਈਆ ਅਸੀਂ ਸਬਸਿਡੀ ਉੱਤੇ ਮੁਹੱਈਆ ਕਰਦੇ ਹਾਂ। ਇਸੇ ਤਰ੍ਹਾਂ ਸਾਡੀਆਂ ਹੋਰ ਵੀ ਇੱਕ ਦੋ ਸਕੀਮਾਂ ਹਨ, ਜਿਵੇਂ ਮੈਂ ਦੱਸਿਆ ਵੀ ਘਰੇਲੂ ਪੱਧਰ ਦੇ ਉੱਤੇ ਜੇ ਕਿਸੇ ਨੇ ਪ੍ਰੋਸੈਸਿੰਗ ਦਾ ਕੰਮ ਕਰਨਾ ਹੋਵੇ 2 ਲੱਖ ਰੁਪਏ ਤੱਕ ਦੀ ਕੋਈ ਮਸ਼ੀਨਰੀ, ਜੂਸਰ, ਪਲਪਰ, ਡਰਾਇਰ, ਕੋਈ ਇੱਦਾਂ ਦੀ ਮਸ਼ੀਨਰੀ ਲੈ ਕੇ ਘਰੇਲੂ ਪੱਧਰ ਦੇ ਉੱਤੇ ਕੰਮ ਸਟਾਰਟ ਕਰਨਾ ਹੋਵੇ ਤਾਂ 50% ਸਬਸਿਡੀ ਅਸੀਂ ਉਹ 'ਤੇ ਦਿੰਦੇ ਹਾਂ, 1 ਲੱਖ ਰੁਪਈਆ। ਉਹਦੇ 'ਤੇ ਵੀ ਇਹ ਕੰਮ ਸਟਾਰਟ ਕੀਤਾ ਜਾ ਸਕਦਾ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟ, ਇਹ ਪ੍ਰੋਸੈਸਿੰਗ ਯੂਨਿਟ ਲਾਉਣੇ ਆ ਜਿਵੇਂ ਜਾਂ ਕੋਲਡ ਸਟੋਰ ਲਾਉਣਾ, ਉਹਦੇ 'ਤੇ ਬਾਗਬਾਨੀ ਵਿਭਾਗ ਵੱਲੋਂ 35% ਸਬਸਿਡੀ ਤਾਂ ਦਿੱਤੀ ਜਾ ਰਹੀ ਆ। ਇੱਕ ਸੈਂਟਰ ਗੌਰਮੈਂਟ ਦੀ ਹੁਣ ਇੱਕ ਨਵੀਂ ਸਕੀਮ ਆਈ ਹੈ ਐਗਰੀਕਲਚਰ ਇਨਫਰਾਸਟਰਕਚਰ ਫੰਡ, ਉਹਦੇ ਵਿੱਚ ਤਹਿਤ 3% ਵਿਆਜ ਦੀ ਛੋਟ ਮਿਲਦੀ ਆ ਤੇ ਉਹਦੇ ਵਿੱਚ ਬਹੁਤ ਵੱਡੀ ਸਹੂਲਤ ਆ, ਜਿਹੜੀ ਕਿ 7 ਸਾਲਾਂ ਦੇ ਵਿੱਚ ਆਪਾਂ ਉਹ ਵਾਪਸ ਕਰਨਾ ਹੁੰਦਾ, ਜਿਹੜਾ ਲੋਨ ਲਿਆ ਹੁੰਦਾ। ਉਹ ਬਹੁਤ ਵੱਡੀ ਰਾਹਤ ਹੈ ਇੱਕ 3% ਵਿਆਜ ਦੀ। 35% ਸਬਸਿਡੀ ਤਾਂ ਵੱਖਰੀਆਂ ਸਕੀਮਾਂ ਚੱਲ ਰਹੀਆਂ ਉਹਨਾਂ ਦੀ ਹੈ ਤੇ ਐਗਰੀਕਲਚਰ ਇਨਫਰਾਸਟਰਕਚਰ ਫੰਡ ਦੇ ਵਿੱਚ 3% ਰਿਬੇਟ ਲੈਣ ਲਈ ਸਾਨੂੰ ਬਾਗਬਾਨੀ ਵਿਭਾਗ ਦੇ ਨਾਲ ਸੰਪਰਕ ਕਰਨਾ ਚਾਹੀਦਾ ਹੈ, ਜਾਂ ਆਪਣੇ ਲੀਡ ਬੈਂਕ ਜਿਹੜੇ ਮੈਨੇਜਰ ਹੁੰਦੇ ਆ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੂੰ ਕੀਤਾ ਜਾ ਸਕਦਾ, ਜਾਂ ਨਵਾਰਡ ਦੇ ਜਿਹੜੇ ਮੈਨੇਜਰ ਹੁੰਦੇ ਆ ਬੈਂਕਾਂ ਦੇ, DM ਡਿਸਟ੍ਰਿਕਟ ਮੈਨੇਜਰ ਜਿਹੜੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਹ ਸਾਡੀਆਂ ਵੱਖ-ਵੱਖ ਸਕੀਮਾਂ ਤੋਂ ਫਾਇਦਾ ਲੈ ਸਕਦੇ ਨੇ। ਇਹ ਜਿਹੜੇ ਲੋਨ ਹੈ ਇਹ ਉਹੀ ਡਿਸਾਈਡ ਕਰਦੇ ਨੇ, ਨਵਾਰਡ ਵਾਲੇ ਹੀ ਕਰਦੇ ਨੇ ਡਿਸਾਈਡ, ਜਾਂ ਕਿ ਤੁਸੀਂ ਵੀ ਰਿਕਮੈਂਡ ਕਰੋਗੇ ਫਲਾਨੀ ਬੈਂਕ ਨੂੰ ਅਪਰੋਚ ਕਰ ਲਓ? ਉਹ ਤਾਂ ਜਿਹੜਾ ਇਲਾਕੇ ਦੇ ਵਿੱਚ ਜਿੱਥੇ ਫਾਰਮਰ ਦਾ ਰਹਿੰਦਾ ਉਹਦੇ ਨੇੜੇ ਦੀ ਜਿਹੜੀ ਬੈਂਕ ਹੋਏਗੀ ਉੱਥੇ ਆ ਕੇ ਉਹ ਆਪਣੀ ਐਪਲੀਕੇਸ਼ਨ ਦੇ ਸਕਦਾ ਹੈ, ਸਾਨੂੰ ਦੱਸ ਕੇ। ਤੇ ਐਗਰੀਕਲਚਰ ਇਨਫਰਾਸਟਰਕਚਰ ਫੰਡ ਦੇ ਵਿੱਚੋਂ ਜਿਹੜੀ ਸਾਨੂੰ ਰਿਬੇਟ ਮਿਲਣੀ ਆ ਉਹ ਅਸੀਂ ਉਹਨਾਂ ਨੂੰ ਮੁਹੱਈਆ ਕਰਾਉਣ ਦੇ ਵਿੱਚ ਵੀ ਉਹ ਮਦਦ ਕਰਾਂਗੇ ਉਹਦੀ। ਇਹ ਸਾਰਾ ਕੰਮ ਪਹਿਲੇ ਆਧਾਰ ਤੇ ਹੁੰਦਾ ਵੀ ਜਿਹੜਾ ਫਸਟ ਕਮ ਫਸਟ ਸਰਵ ਵਾਲੀ ਗੱਲ ਹੈ। ਇਹਦੇ ਵਾਸਤੇ ਸਰਕਾਰ ਨੇ ਬਹੁਤ ਜ਼ਿਆਦਾ ਫੰਡ ਰੱਖਿਆ ਹੋਇਆ, ਅਜੇ ਤੱਕ ਕੇਸ ਬਹੁਤ ਘੱਟ ਆਏ ਆ ਤੇ ਉਹਦੇ ਲਈ ਫੰਡ ਬਹੁਤ ਜ਼ਿਆਦਾ ਹੈ। ਅਸੀਂ ਕੋਈ ਗੱਲ ਨਹੀਂ ਹੈ ਇਹਦੇ ਵਾਸਤੇ ਹਰ ਲੋਕ ਕਹਿਣ ਦਾ ਭਾਵ ਵੀ ਫੰਡ ਸਾਡੇ ਕੋਲ ਬਹੁਤ ਜ਼ਿਆਦਾ ਆ, ਵੀ ਹਜੇ ਤੱਕ ਲੋਕੀ ਜਿਹੜੇ ਇਹਨੂੰ ਯੂਜ਼ ਨਹੀਂ ਕਰ ਰਹੇ। ਅਸੀਂ ਵੀ ਲੋਕਾਂ ਨੂੰ ਇਹੀ ਕਿਸਾਨਾਂ ਨੂੰ ਸਲਾਹ ਦੇਵਾਂਗੇ ਵੀ ਬਾਗਬਾਨੀ ਵਿਭਾਗ ਨਾਲ ਇਹਨੂੰ ਤੁਸੀਂ ਸੰਪਰਕ ਕਰੋ ਤੇ ਇਹਨਾਂ ਸਬਸਿਡੀਆਂ ਦਾ ਮੈਕਸੀਮਮ ਤੁਸੀਂ ਫਾਇਦਾ ਉਠਾਓ। ਤੇ ਇਸੇ ਤਹਿਤ ਅਸੀਂ ਡਾਕਟਰ ਸਾਹਿਬ ਕੋਈ ਹੋਰ ਸਕੀਮ ਤੁਹਾਡੀ ਰਹਿ ਗਈ ਹੋਵੇ ਤਾਂ? ਹਾਂਜੀ ਡਾਕਟਰ ਸਾਹਿਬ, ਇੱਕ ਸਕੀਮ ਮੈਂ ਹੋਰ ਦੱਸਣੀ ਚਾਹੂੰਗਾ। ਜਿਵੇਂ ਫਲ ਸਬਜ਼ੀਆਂ ਬਹੁਤ ਸੈਂਸਿਟਿਵ ਹੁੰਦੀਆਂ ਹਨ, ਇਹਨਾਂ ਨੂੰ ਦੂਰ ਦੀਆਂ ਮੰਡੀਆਂ ਦੇ ਵਿੱਚ ਲਿਜਾਣ ਵਾਸਤੇ ਰੈਫਰੀਜਰੇਟਰੀ ਵੈਨ ਦਾ ਵੀ ਸਾਡੇ ਕੋਲੇ ਸਬਸਿਡੀ ਆ, 35% ਤੱਕ ਸਬਸਿਡੀ ਉਹ 'ਤੇ ਦਿੰਦੇ ਹਾਂ ਅਸੀਂ। ਉਹ 4 ਮੀਟ੍ਰਿਕ ਟਨ ਕਪੈਸਿਟੀ ਤੋਂ ਲੈ ਕੇ 4 ਮੀਟ੍ਰਿਕ ਟਨ ਮੀਨਜ਼ 40 ਕੁਇੰਟਲ ਤੋਂ ਲੈ ਕੇ 9 ਮੀਟ੍ਰਿਕ ਟਨ 90 ਕੁਇੰਟਲ ਤੱਕ ਆਪਾਂ ਉਹ ਕਪੈਸਿਟੀ ਦੀ ਇਹ ਲੈ ਸਕਦੇ ਹਾਂ। ਇਹਦੇ 'ਤੇ ਉੱਤੇ ਵੀ 35% ਸਬਸਿਡੀ ਇਹ ਦਿੱਤੀ ਜਾਂਦੀ ਹੈ। ਅੱਛਾ, ਇੱਕ ਡਾਕਟਰ ਸਾਹਿਬ ਹੋਰ ਦੱਸਣਾ ਜਰਾ, ਇਹ ਜਿਹੜੇ ਖੇਤੀਬਾੜੀ ਯੂਨੀਵਰਸਿਟੀ ਜਿਹੜੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਫਾਰਮ ਨੇ ਇਹਨਾਂ ਦੇ, ਉਹ ਟ੍ਰੇਨਿੰਗ ਜਿਹੜੀ ਕਿਹੜੇ ਮਹੀਨਿਆਂ 'ਚ ਕਰਾਉਂਦੇ ਨੇ, ਕਦੋਂ ਕਿੰਨੇ ਚਿਰ ਦੀ? ਤਾਂ ਤੁਸੀਂ ਦੱਸੇ ਤਾਂ 5 ਦਿਨ ਦੀ ਟ੍ਰੇਨਿੰਗ ਹੈ, ਵੀ ਉਹ ਕਦੋਂ ਕਰਾਉਂਦੇ ਨੇ, ਇਹਦੇ ਬਾਰੇ ਜਰਾ ਦੱਸਣਾ। ਇਹਨਾਂ ਦਾ KVK ਦਾ, ਸਾਰੇ KVK ਦਾ ਅਲੱਗ-ਅਲੱਗ ਸ਼ਡਿਊਲ ਬਣਿਆ ਹੁੰਦਾ ਹੈ। ਉਹ ਸਾਡੇ ਬਾਗਬਾਨੀ ਵਿਭਾਗ ਦੇ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਨਾਲ ਹੀ ਸੰਪਰਕ ਕੀਤਾ ਜਾਂਦਾ ਹੈ। ਸਾਰੇ ਪੰਜਾਬ ਦੇ ਵਿੱਚ ਇੱਕੋ ਟਾਈਮ 'ਤੇ ਨਹੀਂ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ, ਜਦੋਂ ਉਹਨਾਂ ਦਾ ਸ਼ਡਿਊਲ ਬਣਿਆ ਹੁੰਦਾ ਹੈ। ਜਿਵੇਂ ਖੁੰਭਾਂ ਦਾ ਅੱਗੇ ਮੌਸਮ ਆਉਣਾ ਹੈ, ਜੁਲਾਈ ਅਗਸਤ ਦੇ ਮਹੀਨੇ ਦੇ ਵਿੱਚ ਉਹ ਟ੍ਰੇਨਿੰਗ ਖੁੰਭਾਂ ਦੀ ਦੇਣਗੇ। ਜਿਵੇਂ ਪ੍ਰੋਸੈਸਿੰਗ ਦਾ ਕੰਮ ਚੱਲ ਰਿਹਾ, ਜਦੋਂ ਹੁਣ ਅਚਾਰ ਚਟਨੀ ਮੁਰੱਬੇ ਬਣਾਉਣ ਦਾ ਕੰਮ ਆ, ਪਿਛਲੇ ਮਹੀਨੇ ਦੇ ਵਿੱਚ ਉਹਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜਾਂ ਬੂਟਿਆਂ ਦੀ ਕਾਂਡ-ਛਾਂਟ ਕਰਨੀ ਆ, ਉਹ ਦਸੰਬਰ ਜਨਵਰੀ ਦੇ ਮਹੀਨੇ ਦੇ ਵਿੱਚ ਕਾਂਡ-ਛਾਂਟ ਦੀ ਟ੍ਰੇਨਿੰਗ ਕੀਤੀ ਜਾਂਦੀ ਹੈ। ਕਹਿਣ ਦਾ ਭਾਵ ਤੁਹਾਡਾ ਵੀ ਤੁਹਾਡੇ ਕੋਲ ਦਫ਼ਤਰ ਜਾ ਕੇ ਉਹ ਤੁਹਾਡੀ ਰਜਿਸਟ੍ਰੇਸ਼ਨ ਕਰਾ ਸਕਦੇ ਨੇ, ਤੇ ਉਹਦੇ ਹਿਸਾਬ ਨਾਲ ਤੁਸੀਂ ਉਹਨਾਂ ਨੂੰ ਕਨਵੇ ਕਰ ਸਕਦੇ ਹੋ ਵੀ ਸਾਡੇ ਕੋਲ ਇੰਨੇ ਕਿਸਾਨ ਹੈਗੇ ਨੇ, ਉਹਨਾਂ ਦੇ ਹਿਸਾਬ ਨਾਲ ਵੀ ਉਹ ਟ੍ਰੇਨਿੰਗ ਅਰੇਂਜ ਕਰਦੇ ਹੋਣਗੇ। ਹਾਂਜੀ, ਉਹ ਆਪਣੇ ਪੱਧਰ ਤੇ ਵੀ ਉਹਨਾਂ ਕੋਲੇ ਕਈ ਫਾਰਮਰ ਚਲੇ ਜਾਂਦੇ ਆ ਤੇ ਅਸੀਂ ਵੀ ਇੱਥੋਂ ਬਾਗਬਾਨੀ ਵਿਭਾਗ ਵੱਲੋਂ ਵੀ ਉਹਨਾਂ ਨੂੰ ਉੱਥੇ ਭੇਜ ਦਿੰਦੇ ਆ
ਤੇ ਉਹ ਟ੍ਰੇਨਿੰਗ ਉੱਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਜਿਹੜੀ ਤੁਸੀਂ ਬਹੁਤ ਵੱਡੀ ਵਡਮੁੱਲੀ ਜਾਣਕਾਰੀ ਦਿੱਤੀ, ਖੇਤੀਬਾੜੀ ਚੈਨਲ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦੀ ਹੈ। ਮੈਨੂੰ ਉਮੀਦ ਹੈ ਕਿ ਸਾਰੇ ਕਿਸਾਨ ਜੋ ਵੀ ਸਕੀਮਾਂ ਇਹਨਾਂ ਨੇ ਦੱਸੀਆਂ ਨੇ ਉਹਦਾ ਬਹੁਤ ਤੁਸੀਂ ਫਾਇਦਾ ਉਠਾਓਗੇ, ਕਿਉਂਕਿ ਜਿਵੇਂ ਕਿ ਪਿਆਜ਼ ਆਪਾਂ ਦੇਖਿਆ ਘਰਾਂ 'ਚ ਗਲ ਜਾਂਦੇ ਨੇ, ਉਹਨਾਂ ਨੂੰ ਸਟੋਰ ਕਰਨ ਵਾਸਤੇ ਇਹਨਾਂ ਨੇ ਸਕੀਮਾਂ ਬੜੀਆਂ ਦੱਸੀਆਂ ਨੇ। ਇਸੇ ਤਰ੍ਹਾਂ ਕਣਕ ਝੋਨੇ ਦੀ ਖੇਤੀ 'ਚ ਕੁਝ ਨਹੀਂ ਬਚ ਰਿਹਾ ਹੈਗਾ, ਆਪਾਂ ਨੂੰ ਡਾਇਵਰਸੀਫਿਕੇਸ਼ਨ ਮੁੜਨਾ ਪਊਗਾ। ਤੁਸੀਂ ਥੋੜ੍ਹਾ ਆਪਣਾ ਏਰੀਆ ਪਲਾਨ ਕਰ ਲਓ, ਲੈ ਵੀ ਅਸੀਂ 5% ਫੁੱਲ ਲਾਉਣੇ ਨੇ, ਜਾਂ 10% ਬਾਗ ਲਾਉਣਾ ਹੈਗਾ, 10% ਅਸੀਂ ਦਾਲਾਂ ਬੀਜਣੀਆਂ ਨੇ। ਇਸ ਤਰ੍ਹਾਂ ਡਾਇਵਰਸੀਫਿਕੇਸ਼ਨ ਦਾ ਮਤਲਬ ਭਾਵ ਹੁੰਦਾ ਵੀ ਸਾਰੀਆਂ ਚੀਜ਼ਾਂ ਆਪਾਂ ਬੀਜਣੀਆਂ ਥੋੜ੍ਹੀਆਂ, ਤਾਂ ਕਿ ਆਪਣੀ ਜ਼ਰੂਰਤ ਵੀ ਪੂਰੀ ਹੋ ਸਕੇ, ਆਪਾਂ ਨੂੰ ਜਿਹੜੀਆਂ ਜ਼ਹਿਰਾਂ ਨਾਲ ਮੁੱਲ ਲੈਣੀਆਂ ਪੈਣ, ਆਪਣੀ ਸਿਹਤ ਵੀ ਬਰਕਰਾਰ ਰਹੇ। ਇਸੇ ਤਰ੍ਹਾਂ ਡਾਕਟਰ ਸਾਹਿਬ ਦੱਸਣਗੇ, ਫੇਰ ਕਦੇ ਆਪਾਂ ਤੁਹਾਡੇ ਨਾਲ ਮੌਕਾ ਮਿਲਿਆ ਵੀ ਆਰਗੈਨਿਕ ਖੇਤੀ ਕਿਸ ਤਰ੍ਹਾਂ ਕਰਨੀ ਹੈਗੀ ਆ। ਉਹ ਸਬਜ਼ੀਆਂ ਫਲ ਆ ਜਿਹੜੀ ਆ ਆਰਗੈਨਿਕ ਖੇਤੀ ਆਪਾਂ ਪੈਦਾ ਕਰਕੇ ਆਪਣੀ ਸਿਹਤ ਨੂੰ ਵੀ ਬਚਾ ਸਕਦੇ ਹਾਂ, ਪੋਲਿਊਸ਼ਨ ਨੂੰ ਜਿਹੜਾ ਵਾਤਾਵਰਨ ਨੂੰ ਪੋਲਿਊਟ ਹੋਣ ਵਾਸਤੇ ਵੀ ਆਪਾਂ ਜਿਹੜੀ ਸਹਿਯੋਗ ਆਪਾਂ ਪਾ ਸਕਦੇ ਹਾਂ, ਵਡਮੁੱਲਾ ਸਹਿਯੋਗ, ਆਪਣੀ ਸਿਹਤ ਵੀ ਬਣਾਓ ਤੇ ਲੋਕਾਂ ਦੀ ਸਿਹਤ ਦਾ ਵੀ ਖਿਆਲ ਰੱਖੀਏ। ਇਹਨਾਂ ਕਹਿੰਦੇ ਹੋਏ ਬਹੁਤ ਬਹੁਤ ਧੰਨਵਾਦ ਕਿਸਾਨ ਭਰਾਵੋ। ਉਮੀਦ ਹੈ ਤੁਸੀਂ ਇਹ ਤੋਂ ਪੂਰਾ ਲਾਭ ਉਠਾਉਣ ਦੀ ਕੋਸ਼ਿਸ਼ ਕਰੋਗੇ।